गुड मॉर्निंग स्टूडेंट्स, मैं आशिम मित्तल ब्रेन मेकर कोचिंग क्लासेस ਦੇ ਇਸ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਜਿਹੜਾ ਹੈਗੇ ਆ ਐਂਟੀਟੀ ਦੇ ਰਿਗਾਰਡਿੰਗ ਤੁਹਾਡੇ ਲਈ ਜਿਹੜਾ ਬੈਚ ਚਲਾ ਰਹੇ ਹਾਂ, ਬਿਲਕੁਲ ਫ੍ਰੀ ਆਫ ਕੋਸਟ ਬੈਚ ਚਲਾ ਰਹੇ ਹਾਂ, ਜਿਹਦੇ ਵਿੱਚ ਅਸੀਂ ਹੁਣ ਟੌਪਿਕਸ ਦੇ ਨਾਲ ਨਾਲ ਐਮਸੀਕਿਊ ਸੀਰੀਜ਼ ਵਾਲਾ ਪਾਰਟ ਸ਼ੁਰੂ ਕੀਤਾ ਹੈ ਕਿ ਪਹਿਲਾਂ ਐਮਸੀਕਿਊਜ਼ ਟੌਪਿਕ ਵਾਈਜ਼ ਦਵਾਂਗੇ, ਬਾਅਦ ਚੋਂ ਅਸੀਂ ਜਿਹੜਾ ਹੈਗਾ ਪੂਰੇ ਫੁੱਲ ਫਲੈਸ਼ ਸਾਈਕੋਲੋਜੀ ਪਾਰਟ ਦੇ ਜਿਹੜਾ ਹੈਗਾ ਐਮਸੀਕਿਊਜ਼ ਤੁਹਾਡੇ ਲਈ ਪ੍ਰੋਵਾਈਡ ਕਰਾਂਗੇ, ਮੌਕ ਟੈਸਟ ਦੇ ਰੂਪ ਵਿੱਚ ਤੁਹਾਨੂੰ ਦਵਾਂਗੇ। ਇਹ ਜਿਹੜਾ ਟੌਪਿਕ ਮੋਰਲ ਡਿਵੈਲਪਮੈਂਟ ਹੈਗਾ ਇਹ ਤੁਹਾਡਾ ਪੀਐਸ ਟੈਟ ਸੀਟੈਟ ਠੀਕ ਹੈ ਨਾ, ਰੀਟ, ਇਹ ਸਾਰੇ ਪੇਪਰਸ ਦੇ ਲਈ ਇੰਪੋਰਟੈਂਟ ਹੈ। ਤਾਂ ਇਸ ਟੌਪਿਕ ਨੂੰ ਧਿਆਨ ਨਾਲ ਸਮਝੋ, ਧਿਆਨ ਨਾਲ ਕੁਐਸਚਨਸ ਨੂੰ ਕਰੋ। ਕੁਐਸਚਨ ਅਸੀਂ ਬਹੁਤ ਵਧੀਆ ਲੈਵਲ ਦੇ ਕੁਐਸਚਨਸ ਲੈ ਕੇ ਆਏ ਆ ਤਾਂ ਕਿ ਜਿਹੜਾ ਹੈਗਾ ਤੁਹਾਡੀ ਪ੍ਰੈਕਟਿਸ ਵਧੀਆ ਤਰੀਕੇ ਨਾਲ ਹੋ ਸਕੇ, ਤੇ ਕੋਸ਼ਿਸ਼ ਕੀਤੀ ਹੈ ਕਿ ਮੋਸਟਲੀ ਕੁਐਸਚਨ ਜਿਹੜੇ ਹੈ ਉਹ ਤੁਹਾਡੇ ਕਿਹੜੇ ਹੋਣਗੇ, ਪੈਡਾਗੋਜੀਕਲ ਕੁਐਸਚਨਸ ਹੋਣਗੇ। ਦੇਖੋ ਫਰਸਟ ਕੁਐਸਚਨ ਦੀ ਆਪਾਂ ਗੱਲ ਕਰ ਰਹੇ ਹਾਂ, ਕੁਐਸਚਨ ਨੰਬਰ 1। क्वेश्चन नंबर 1 ਦੀ ਆਪਾਂ ਗੱਲ ਕਰ ਰਹੇ ਹਾਂ ਕਿ in the context of ਕੋਹਲਬਰਗ ਸਟੇਜ, ਕਿ ਕੋਹਲਬਰਗ ਦੀ ਜਿਹੜੀ ਸਟੇਜ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਮੋਰਲ ਡਿਵੈਲਪਮੈਂਟ ਦੇ ਵਿੱਚ ਤੁਹਾਨੂੰ ਕਰਨਾ ਕੀ ਕੁਝ ਹੈ ਇਹ ਵੀ ਦੇਖ ਲਓ। ਪਹਿਲਾ ਮੋਰਲ ਡਿਵੈਲਪਮੈਂਟ ਦਾ ਮੀਨਿੰਗ, ਮੋਰਲ ਡਿਵੈਲਪਮੈਂਟ ਦਾ ਮੀਨਿੰਗ ਕਰਨਾ ਹੈ। ਕੋਹਲਬਰਗ ਥਿਊਰੀ ਵੈਰੀ ਇੰਪੋਰਟੈਂਟ। ਪਿਆਜੇ ਥਿਊਰੀ, ਬੱਚੇ ਪਿਆਜੇ ਦੀ ਮੋਰਲ ਡਿਵੈਲਪਮੈਂਟ ਥਿਊਰੀ ਦੀ ਗੱਲ ਕਰ ਰਿਹਾ ਮੈਂ, ਇਹਦੇ ਵਿੱਚ ਆਪਾਂ ਥਿਊਰੀ ਕਿਹੜੀ ਕਰਨੀ ਹੈ, ਪਿਆਜੇ ਦੀ ਮੋਰਲ ਡਿਵੈਲਪਮੈਂਟ ਥਿਊਰੀ ਦੀ ਮੈਂ ਗੱਲ ਕਰ ਰਿਹਾ। ਤਾਂ ਇੱਕ ਆਪਾਂ ਕਰਨਾ ਹੈ ਗਿਲੀਗਨ। ਗਿਲੀਗਨ ਇੱਕ ਲੇਡੀ ਹੈ ਜਿਨ੍ਹਾਂ ਨੇ ਕੋਹਲਬਰਗ ਦੀ ਥਿਊਰੀ ਦੀ ਆਲੋਚਨਾ ਕੀਤੀ ਸੀ। ਇਹਦੇ ਚੋਂ ਮੋਸਟਲੀ ਕੁਐਸਚਨ ਇਹਨਾਂ ਤਿੰਨਾਂ ਟੌਪਿਕਸ ਦੇ ਵਿੱਚੋਂ ਜਾਂ ਮੋਰਲ ਡਿਵੈਲਪਮੈਂਟ ਦੇ ਉੱਪਰ ਮੀਨਿੰਗ ਦੇ ਵਿੱਚੋਂ ਤੁਹਾਨੂੰ ਕੁਐਸਚਨ ਆਉਂਦੇ ਆ, ठीक है। तो ਤੁਹਾਨੂੰ ਹੁਣ ਪਤਾ ਲੱਗੇਗਾ ਕੁਐਸਚਨ ਕਿਸ ਤਰ੍ਹਾਂ ਦੇ ਹੋ ਸਕਦੇ ਆ। ਦੇਖੋ ਦੁਬਾਰਾ ਆਪਾਂ ਪੜ ਰਹੇ ਹਾਂ, ਇਨ ਦਾ ਕੰਟੈਕਸਟ ਆਫ ਕੋਹਲਬਰਗ ਸਟੇਜ ਮੋਰਲ ਰੀਜ਼ਨਿੰਗ। ਮੋਰਲ ਰੀਜ਼ਨਿੰਗ ਉਹਨਾਂ ਦੋ ਚੀਜ਼ਾਂ ਦੀ ਗੱਲ ਕੀਤੀ ਹੈ ਨਾ, ਮੋਰਲ ਡੈਲੀਮਾ ਤੇ ਮੋਰਲ ਰੀਜ਼ਨਿੰਗ। ਮੋਰਲ ਡੈਲੀਮਾ ਦੀ ਗੱਲ ਕੀਤੀ ਹੈ ਤੇ ਮੋਰਲ ਰੀਜ਼ਨਿੰਗ ਦੀ ਗੱਲ ਕੀਤੀ ਹੈ। ਮੋਰਲ ਡੈਲੀਮਾ ਕੀ ਹੁੰਦਾ ਹੈ? ਡੈਲੀਮਾ ਦੇ ਵਿੱਚ ਉਹਨਾਂ ਨੇ ਮੋਰਲ ਡੈਲੀਮਾ ਦੇ ਵਿੱਚ ਕੀ ਗੱਲ ਕੀਤੀ ਹੈ ਕਿ ਜਦੋਂ ਮੈਂ ਦੋ ਰਸਤਿਆਂ ਦੇ ਵਿੱਚ ਕਨਫਿਊਜ਼ ਹਾਂ ਕਿ ਵਟ ਇਜ਼ ਰਾਈਟ ਔਰ ਵਟ ਇਜ਼ ਰੋਂਗ ਦੇ ਵਿੱਚ ਕਨਫਿਊਜ਼ ਹਾਂ, ਤਾਂ ਉਹਨੂੰ ਮੈਂ ਕੀ ਬੋਲੂੰਗਾ, ਮੋਰਲ ਡੈਲੀਮਾ। ਮੋਰਲ ਰੀਜ਼ਨਿੰਗ ਮਤਲਬ ਜਦੋਂ ਮੈਂ ਉਹਨਾਂ ਦੋ ਰਸਤਿਆਂ ਵਿੱਚੋਂ ਇੱਕ ਰਸਤਾ ਚੂਜ਼ ਕਰ ਲੈਣਾ ਹੈ, ਜਦੋਂ ਮੈਂ ਉਹਨਾਂ ਵਿੱਚੋਂ ਇੱਕ ਰਸਤਾ ਜਿਹੜਾ ਹੈਗਾ ਪ੍ਰੋਪਰਲੀ ਅਪਣਾ ਲੈਣਾ ਹੈ, ਤਾਂ ਉਹ ਮੇਰੀ ਕੀ ਬਣ ਜਾਂਦੀ ਹੈ, ਉਹ ਮੇਰੀ ਕੀ ਬਣ ਜਾਂਦੀ ਹੈ, ਮੋਰਲ ਰੀਜ਼ਨਿੰਗ। ਠੀਕ ਹੈ। ਤਾਂ ਤੁਹਾਨੂੰ ਇਹਦਾ ਰਿਲੇਟਡ ਕੁਐਸਚਨ ਆ ਸਕਦਾ, ਧਿਆਨ ਰੱਖਿਓ। ਇਹਦੇ ਵਿੱਚ ਉਹਨਾਂ ਨੇ ਸਿਰਫ ਕਨਫਿਊਜ਼ ਕਰਨ ਲਈ ਵਰਡ ਯੂਜ਼ ਕੀਤਾ ਹੈ, ਕਿਉਂਕਿ ਅੱਗੇ ਕੁਐਸਚਨ ਕੀ ਹੈ, ਅੰਡਰ ਵਿਚ ਸਟੇਜ ਵੁੱਡ ਦਾ ਗਿਵਨ ਟਿਪੀਕਲ ਰਿਸਪੌਂਸ ਆਫ ਅ ਚਾਈਲਡ ਫਾਲ। ਠੀਕ ਹੈ, ਕਿਹੜਾ ਰਿਸਪੌਂਸ ਦੇ ਕਿਹੜੇ ਕੁਐਸਚਨ ਦੇ ਮਤਲਬ ਮੇਰਾ ਦੇਖੋ ਐਡਾ ਵੱਡਾ ਕੁਐਸਚਨ ਚੋਂ ਮੇਰਾ ਮੇਨ ਕੁਐਸਚਨ ਇੱਥੋਂ ਸ਼ੁਰੂ ਹੁੰਦਾ ਹੈ ਕਿ ਯੂਅਰ ਪੇਰੈਂਟਸ ਵਿਲ ਬੀ ਪ੍ਰਾਊਡ ਆਫ ਯੂ। ਕੋਈ ਕਹਿ ਰਿਹਾ ਹੈ ਕਿ ਤੇਰੇ ਪੇਰੈਂਟਸ ਤੇਰੇ ਤੇ ਜਿਹੜਾ ਹੈਗਾ ਪ੍ਰਾਊਡ ਮਹਿਸੂਸ ਕਰਨਗੇ ਇਫ ਯੂ ਆਰ ਹੋਨੈਸਟ। ठीक है, जे तू ईमानदारी दिखाएगा तो तेरे पेरेंट्स तेरे ते ਜਿਹੜਾ ਹੈਗਾ प्राउड फील ਕਰਨਗੇ। ਇਹਦਾ ਮਤਲਬ ਇਹ ਕੀ ਹੈ ਕਿ ਤੂੰ ईमानदार ਹੈਗਾ ਜਾਂ ਨਹੀਂ ਹੈਗਾ, ਇਹਦਾ ਮਤਲਬ ਨਹੀਂ ਹੈਗਾ, ਪਰ ਜੇ ਤੂੰ ਦਿਖਾਏਗਾ ईमानदार, ਠੀਕ ਹੈ, ਤਾਂ ਤੇਰੇ ਪੇਰੈਂਟਸ ਤੇਰੇ ਤੇ ਬੜਾ ਜਿਹੜਾ ਹੈਗਾ ਮਾਣ ਮਹਿਸੂਸ ਕਰਨਗੇ। ਤਾਂ ਦੇਖੋ ਸੋਸ਼ਲ ਕੰਟੈਕਟ ਨਹੀਂ ਜੀ, ਇਹ ਤਾਂ ਇਹ ਕਿਹਦੇ ਵਿੱਚ ਆ ਗਿਆ, ਇਹ ਲੈਵਲ 3 ਦੇ ਵਿੱਚ ਆ ਗਿਆ। ਠੀਕ ਹੈ, ਲੈਵਲ 3 ਤਾਂ ਮੈਂ ਦਿਖਾਵਾ ਕਰ ਹੀ ਨਹੀਂ ਰਿਹਾ, ਲੈਵਲ 3 ਦੇ ਵਿੱਚ ਤਾਂ ਮੈਂ ਕੀ ਕਰ ਰਿਹਾ, ਐਗਜ਼ੈਕਟਲੀ ਜੋ ਹਾਂ ਸ਼ੋ ਕਰ ਰਿਹਾ। ਪਨਿਸ਼ਮੈਂਟ ਮੇਰਾ ਕਿੱਥੇ ਆ ਗਿਆ, ਲੈਵਲ 1 ਦੇ ਵਿੱਚ ਆ ਗਿਆ। ठीक है, मैं डर देना तो नहीं कर रहा ना। ठीक है, लॉ एंड ऑर्डर मेरा लेवल 2 स्टेज 4, ਇਹਦੇ ਚ ਮੈਂ ਕੋਈ लॉ भी फॉलो नहीं कर रहा, तो मैं की कर रहा गुड बॉय गुड गर्ल ओरिएंटेड या गुड बॉय गुड गर्ल ਜਿਹੜਾ ਹੈਗਾ ਬਿਹੇਵੀਅਰ ਦੀ ਗੱਲ ਕਰ ਰਿਹਾ। दैट मींस ਇਹਦਾ ਆਨਸਰ ਮੇਰਾ ਕੀ ਆ ਜਾਏਗਾ ਬੱਚੇ, ਸੀ ਆਨਸਰ। ਮੈਂ ਦਿਖਾਵੇ ਦੀ ਗੱਲ ਕਰ ਰਿਹਾ ਤਾਂ ਕੋਹਲਬਰਗ ਨੇ ਇਹਨੂੰ ਕਿਹਦੇ ਨਾਲ ਜੋੜਿਆ ਹੈ, ਸੀ ਆਪਸ਼ਨ ਨਾਲ ਜੋੜਿਆ। ਕਲੀਅਰ। ਸੈਕਿੰਡ, ਅਕੋਰਡਿੰਗ ਟੂ ਪ੍ਰੀ ਕਨਵੈਨਸ਼ਨਲ ਲੈਵਲ। ਦੇਖੋ ਤੁਹਾਨੂੰ ਪਤਾ ਹੈ ਕੋਹਲਬਰਗ ਨੇ 3 ਲੈਵਲਸ ਦੀ ਗੱਲ ਕੀਤੀ ਹੈ, ਪ੍ਰੀ ਕਨਵੈਨਸ਼ਨਲ, ਕਨਵੈਨਸ਼ਨਲ ਤੇ ਪੋਸਟ ਕਨਵੈਨਸ਼ਨਲ। ਇਹਦਾ ਸੀਕੁਐਂਸ ਯਾਦ ਰੱਖਿਓ। ਠੀਕ ਹੈ, ਪ੍ਰੀ ਦਾ ਮਤਲਬ ਕੀ ਹੈ ਕਿ ਮੈਨੂੰ ਮੋਰੈਲਿਟੀ ਦਾ ਮੀਨਿੰਗ ਨਹੀਂ ਪਤਾ, ਪਰ ਮੈਂ ਸ਼ੋ ਕਰ ਰਿਹਾ, ਡਰ ਕਰਕੇ ਕਰ ਰਿਹਾ ਜਾਂ ਆਗਿਆ ਮੰਨ ਕਰਕੇ ਕਰ ਰਿਹਾ। ਕਨਵੈਨਸ਼ਨਲ ਦੇ ਵਿੱਚ ਮੈਂ ਦੇਖੋ ਕੀ ਗੱਲ ਕਰ ਰਿਹਾ ਕਿ ਕਨਵੈਨਸ਼ਨਲ ਦੇ ਵਿੱਚ ਮੈਂ ਦਿਖਾਵਾ ਕਰ ਰਿਹਾ, ਤੇ ਪੋਸਟ ਕਨਵੈਨਸ਼ਨਲ ਦੇ ਵਿੱਚ ਮੈਂ ਕੀ ਕਰ ਰਿਹਾ ਕਿ ਜੋ ਮੈਨੂੰ ਸਹੀ ਲੱਗ ਰਿਹਾ, ਨਾ ਮੈਂ ਡਰਦਾ ਨਾ ਮੈਂ ਦਿਖਾਵਾ ਕਰਦਾ, ਜੋ ਮੈਨੂੰ ਲੱਗ ਰਿਹਾ ਸਹੀ ਉਹਨੂੰ ਮੈਂ ਸਹੀ ਕਹਿ ਰਿਹਾ। ਤਾਂ ਆਪਾਂ ਸੈਕਿੰਡ ਕੁਐਸਚਨ ਕਰ ਰਹੇ ਹਾਂ ਕਿ ਅਕੋਰਡਿੰਗ ਟੂ ਪ੍ਰੀ ਕਨਵੈਨਸ਼ਨਲ ਲੈਵਲ ਆਫ ਕੋਹਲਬਰਗਸ ਥਿਊਰੀ ਟੂ ਵਿਚ ਆਫ ਦਾ ਫੋਲੋਇੰਗ ਵਿਦ ਐਨ ਇੰਡੀਵਿਜੂਅਲ ਟਰਨ ਵੈਨ ਮੇਕਸ ਅ ਮੋਰਲ ਡਿਸੀਜਨ। ਮਤਲਬ ਜਦੋਂ ਬੱਚਾ ਪਹਿਲੇ ਲੈਵਲ ਤੇ ਹੈ, ਜਦੋਂ ਬੱਚਾ ਜਿਹੜਾ ਹੈਗਾ ਪਹਿਲੇ ਲੈਵਲ ਤੇ ਹੈ, ਪ੍ਰੀ ਕਨਵੈਨਸ਼ਨਲ ਲੈਵਲ ਤੇ ਹੈ, ਉਸ ਸਮੇਂ ਹੇਠਲੇ ਵਿੱਚੋਂ ਡਿਸੀਜਨ ਲੈਣ ਲੱਗੇ ਉਹ ਕਿਹਨਾਂ ਨੂੰ ਦੇਖਦਾ ਹੈ,
पर्सनल नीड्स डिजायर नहीं जी, इंडिविजुअल वैल्यूज नहीं जी, वैल्यूज की गल नहीं करता, फैमिली एक्सपेक्टेशन नहीं जी, ਉਹ ਕਿਹਦੀ ਗੱਲ ਕਰਦੇ ਆ, ਪਨਿਸ਼ਮੈਂਟ। ਉਹ ਡਰਦਾ ਕਿੱਥੋਂ ਹੈ ਕਿ ਜੇ ਨਾ ਕੀਤਾ ਤਾਂ ਮੇਰੇ ਪੇਰੈਂਟਸ ਨੇ ਮੈਨੂੰ ਪਨਿਸ਼ ਕਰਨਾ ਹੈ। ਆਪਾਂ ਕੀਤਾ ਨਾ ਕਿ ਇਹਦੀ ਪ੍ਰੀ ਜਿਹੜਾ ਲੈਵਲ ਹੈਗਾ ਇਹਦੇ ਵਿੱਚ ਦੋ ਸਟੇਜ ਕਿਹੜੀ ਹੈ, ਪਨਿਸ਼ਮੈਂਟ ਐਂਡ ਓਬੀਡੈਂਸ, ਐਂਡ ਸੈਕੰਡ ਕਿਹੜੀ ਹੈ, ਸੈਲਫ ਇੰਟਰਸਟ ਜਾਂ ਇੰਡੀਵਿਜੂਅਲਿਜ਼ਮ। ਤਾਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਉਹ ਗੱਲ ਕਰੇਗੀ ਪਨਿਸ਼ਮੈਂਟ ਦੀ। क्वेश्चन थर्ड, in the Kohlberg theory, which level signifies the absence of morality in true sense? बच्चे इतने ना बच्चे गलती की करते हैं कि आ वर्ड पढ़ लेंगे है level 1 2 3 4, उन्होंने ये लगता है क्वेश्चन च कि उन्होंने ये पूछा होगा कि टोटल लेवल्स कितने हैं, ठीक है, तो फटाफट आंसर आ रहा है 3 जी। पर उन्होंने की पूछा है कि वो केड़ी लेवल, तुहानू पहला पता होना चाहिए लेवल्स कितने, टोटल लेवल्स टोटल कितने हैं 3, ठीक है। स्टेजेस टोटल कितनी है 6, मतलब हर एक लेवल दे विच 2-2 स्टेजेस है। ਤੇ ਇਹਨਾਂ ਨੇ ਕੁਐਸਚਨ ਪੁੱਛਿਆ ਕਿ ਕਿਹੜੇ ਲੈਵਲ ਦੇ ਵਿੱਚ ਜਿਹੜਾ ਕੋਹਲਬਰਗ ਨੇ ਐਬਸੈਂਸ ਆਫ ਮੋਰੈਲਿਟੀ, ਕਿ ਬੱਚਿਆਂ ਨੂੰ ਮੋਰੈਲਿਟੀ ਦਾ ਪਤਾ ਹੀ ਨਹੀਂ ਹੁੰਦਾ, ਤਾਂ ਕਿਹੜੀ ਸਟੇਜ ਹੈ ਬੱਚੇ, ਪਹਿਲੀ ਸਟੇਜ। ਜਿਹੜੀ ਪਹਿਲੀ ਸਟੇਜ ਹੈ ਉਹਦੇ ਬੱਚਿਆਂ ਨੂੰ ਮੋਰੈਲਿਟੀ ਦਾ ਕੁਝ ਨਹੀਂ ਪਤਾ, ਉਹ ਸਿਰਫ ਤੇ ਸਿਰਫ ਮੋਰੈਲਿਟੀ ਸ਼ੋ ਕਿਉਂ ਕਰ ਰਿਹਾ ਹੈ, ਜਾਂ ਤਾਂ ਡਰ ਕਰਕੇ ਕਰ ਰਿਹਾ ਹੈ ਤੇ ਜਾਂ ਪੇਰੈਂਟਸ ਤੋਂ ਡਰਦੇ ਹੈ, ਇਸ ਕਰਕੇ ਉਹ ਮੋਰੈਲਿਟੀ ਨੂੰ ਸ਼ੋ ਕਰ ਰਿਹਾ ਹੈ। नेक्स्ट ਆਪਾਂ फोर्थ क्वेश्चन की गल कर रहे हैं कि अकॉर्डिंग टू कोहलबर्ग अ टीचर कैन इंस्टॉल मॉरल वैल्यूज, कि एक जो टीचर है, देखो टीचर का रोल हर एक जगह ते वधिया हुंदा है, हर एक चीज दे विच चेंजेस। हुण देखो मैं तुहानू पढ़ा रहा, अज मैं तुहानू समझा रहा कि नहीं जी मोरैलिटी होनी चाहिए है, ये चीज़ां होनियां चाहिए, शायद तुसीं सुनोगे, क्यों, क्योंकि मैं टीचर हाँ, तुहानू तुसीं मैनू एज अ टीचर लै रहे हो। जे मैं नॉर्मली तुहानू नॉर्मल गल तुसीं कहोगे ऐ बोल रहे, ठीक है, तो टीचर का एक मेन रोल है चेंजेस लैके आने विच, मैंटैलिटी नूं बदलण विच। तां इहदे विच उन्होंने की पूछा है कि कोहलबर्ग नूं कोरिलेट कीता है टीचर्स नाल, कि जे कोहलबर्ग थ्योरी नूं टीचर अपनावे तो बच्चों दे विच मोरैलिटी नूं किवें डेवलप कर सकदा है। स्ट्रिक्ट इंस्ट्रक्शन नहीं जी, नैगेटिविटी तो आप गल ही नहीं करनी, स्ट्रिक्टनेस तो देखनी नहीं, क्योंकि इंटरनल ही है। जे तुसीं किसी नाल धक्का करोगे तो धक्के नाल मोरैलिटी नहीं करवाई जा सकती। तो ये ऑप्शन प्रॉपरली मेरी खत्म होगी, ठीक है। इन्वॉल्विंग दैम डिस्कशन इतने हो सकता है, आप एक बार क्वेश्चन मार्क रखते हैं, ठीक है। लेकिन क्लियर रूल्स ऑफ बिहेवियर नहीं बिहेवियर के रूल्स क्लियर करना भी कोई चक्कर नहीं, कोई ज्यादा नहीं होएगा। इंपॉर्टेंट रिलीजियस टीचिंग नहीं जी, धर्म की टीचिंग देना की हो जाएगा, ठीक है। तो आंसर क्या आएगा, बी ऑप्शन आ जाएगा कि जो आप मॉरल इशूज के उपर डिस्कस करांगे तो बच्चे दे विच आपां चेंजेस लेके आ सकते हैं, जो बच्चा खुद उहदे विच ਜਿਹੜਾ ਹੈਗਾ इन्वॉल्व होएगा। नेक्स्ट 3 levels of moral development, हुण इन्होंने पूछा है कंप्राइज 6 स्टेजेस वेयर प्रपोज, मतलब 3 लेवल जिहदे विच जिहड़ियां 6 स्टेजेस है, वो गल किने की सिंपल ही है। देखो पियाजे ने मॉरल डेवलपमेंट दी है, बच्चे मॉरल डेवलपमेंट की गल की है, पर उन्होंने आ 3 लैवल दे विच स्टेजेस की गल नहीं की, तो यह गया, ठीक है। हॉफमैन ने गल नहीं की, सिगमंड फ्रॉइड ने किहदी गल की है, पर्सनैलिटी की। आप गल की ना साइको एनालिटिक, एनालिटिक या एनालिसिस थ्योरी, ठीक है। तो आंसर क्या आ जाएगा, दा आंसर आ जाएगा, सिंपल आंसर आ जाएगा बी आंसर। नेक्स्ट, द सेंस ऑफ राइट एंड रॉन्ग इज मोस्टली हायरली एसोसिएटेड, ऐसे ना जोड़ना किदे नाल जोड़ सकते हैं, राइट ते रॉन्ग नु, ठीक है। जस्टिस नाल नहीं जी, एम्पैथी नाल नहीं जी, शेम नाल नहीं जी, आप सिर्फ किदे नाल जोड़ सकते हैं, मोरैलिटी। मोरैलिटी का मतलब ही होंदा है ना कि मैं इस चीज नूं जिहड़ा है ऑब्जर्व कर लगा कि व्हाट इज राइट और व्हाट इज रॉन्ग, ठीक है, वो मेरी मोरैलिटी है। जो मैं सही चीज नूं सही पहचानना, गलत चीज नूं गलत कह रहा, वो की है, मेरी मोरैलिटी। बच्चे हुण ना कई बार बच्चे की है कंफ्यूज हो जाते हैं, एडा बड़ा क्वेश्चन दे के एडो जी इन्ना बड़ा क्वेश्चन आ गया, ये गलत ही हो जाएगा, पता नहीं कुछ भी नहीं पूछा हुंदा, ठीक। हुण आपां नेक्स्ट क्वेश्चन की गल कर रहे हैं, देखो कि बेस्ड ऑन कोहलबर्ग थ्योरीज, कोहलबर्ग स्टेज ऑफ मॉरल रीजनिंग, which statement true about moral development and children behavior in classroom, इन्हां विचों किहड़ी गल सही है। देखो children show the higherly degree of problem in stage 2, stage 2 किहड़ी है, तुहानूं स्टेजेस सारियां याद होनी चाहिए, नाल ये भी ध्यान रखना है कि उन्होंने स्टेज पूछी है कि उन्होंने लेवल्स की गल की। स्टेज 2 की है इंडिविजुअलिज्म, ठीक है, या सेल्फ इंटरस्ट।
ਤਾਂ ਉਹਨਾਂ ਨੇ ਕੀ ਪੁੱਛਿਆ ਹੈ, ਫਸਟ ਆਪਸ਼ਨ ਚ ਕੀ ਕਿਹਾ ਹੈ, ਚਿਲड्रन ਸ਼ੋ ਦਾ ਹਾਈਲੀ ਡਿਗਰੀ ਆਫ ਪ੍ਰੋਬਲਮ ਇਨ ਸਟੇਜ 2 ਬਿਕੋਜ਼ ਦੇ ਸਬਸਕ੍ਰਾਈਬ ਟੂ ਦਾ ਰੈਸ਼ਨਲ ਯੂ ਹਿਟ ਮੀ ਐਂਡ ਆਈ ਵਿਲ ਹਿਟ ਯੂ ਬੈਕ। ਬਿਲਕੁਲ ਠੀਕ ਹੈ ਜੀ, ਠੀਕ ਹੈ ਨਾ, ਗਿਵ ਐਂਡ ਟੇਕ ਦੀ ਗੱਲ ਹੀ ਹੈ ਕਿ ਆਪਾਂ ਕਹਿੰਦੇ ਨਾ ਇਹਦੇ ਵਿੱਚ ਤੁਹਾਨੂੰ ਐਗਜ਼ਾਮਪਲ ਕੀਤੀ ਹੋਏਗੀ ਕਿ ਜਿਨ੍ਹਾਂ ਨੇ ਮੋਰਲ ਜਿਹੜੀ ਇਹ ਥਿਊਰੀ ਸੁਣੀ ਹੈ ਉਹਦੇ ਚ ਉਹਨਾਂ ਨੇ ਜਿਹੜੇ ਬੰਦੇ ਇਹ ਥਿਊਰੀ ਨੂੰ ਹਿੰਜ ਦੀ ਕਹਾਣੀ ਨੂੰ ਸੁਣ ਕੇ ਕਹਿਣਗੇ ਕਿ ਜੀ ਹਿੰਜ ਨੇ ਚੋਰੀ ਕੀਤੀ, ਸਹੀ ਕੀਤਾ, ਕਿਉਂਕਿ ਉਹ ਮੈਡੀਸਿਨ ਦੇਣ ਵਾਲਾ ਵੀ ਤਾਂ 100 ਰੁਪਏ ਦੀ ਚੀਜ਼ ਨੂੰ 1000 ਦੀ ਦੇਈ ਜਾਂਦਾ ਹੈ। ਠੀਕ ਹੈ, ਜੇ ਚੋਰਾਂ ਦੇ ਘਰੇ ਮੋੜ ਪੈ ਗਏ ਤਾਂ ਕਿੱਡੀ ਵੱਡੀ ਗੱਲ ਹੈ। ਦੈਟ ਮੀਨਸ ਉਹ ਕਿਹੜੀ ਹੈ, ਸੈਕਿੰਡ ਸਟੇਜ ਹੈ, ਤਾਂ ਮਤਲਬ ਇਹ ਆਨਸਰ ਹੋ ਸਕਦਾ ਆਪਣਾ। Second, children show a high degree of behavior problem in stage 1 because they do not moral thinking। नहीं ਇਹ ਕੋਈ ਗੱਲ ਨਹੀਂ ਹੈਗੀ ਕਿ behavior problem ਤਾਂ ਹੈ ਕਿਉਂਕਿ ਉਹਦੀ moral thinking ਨਹੀਂ ਹੈਗੀ। ਪਹਿਲੇ ਵਿੱਚ ਕੀ ਹੈ, ਬੱਚਾ morality show ਕਰ ਰਿਹਾ ਕਿਹਦੇ ਕਰਕੇ, punishment ਦੇ ਕਰਕੇ। ਇਹ ਤਾਂ ਗਲਤ ਹੋ ਗਿਆ। Children show the highly degree of problem behavior in 4 because they feel that rule are unimportant। ਨਹੀਂ ਬੱਚੇ ਜੀ ਇਹਦੇ ਤਾਂ ਆਪਣਾ 4th stage ਤਾਂ ਹੈਗੀ ਆਪਣੀ ਇਹ rule law and rules, ਠੀਕ ਹੈ ਨਾ, rules and law, ਤਾਂ ਇਹਦੇ ਦਾ ਉਹਨੂੰ ਪਤਾ ਹੈ ਕਿ ਇੰਪੋਰਟੈਂਟ ਹੈ, ਤਾਂ ਇਹ ਵੀ ਗਲਤ ਹੋ ਗਿਆ ਪੁਆਇੰਟ। ਨੋ ਰਿਲੇਸ਼ਨ ਹੈਜ਼ ਬੀਨ ਫਾਊਂਡ ਮੋਰਲ ਸਟੇਜ ਐਂਡ ਨਹੀਂ, ਕਿਉਂ ਨਹੀਂ ਰਿਲੇਸ਼ਨ, ਬਹੁਤ ਵੱਡਾ ਰਿਲੇਸ਼ਨ ਹੈ, ਤਾਂ ਇਹ ਵੀ ਮੇਰੀ ਚੀਜ਼ ਗਲਤ ਹੋ ਗਈ। ਤਾਂ ਬੱਚੇ ਮੇਰਾ ਆਨਸਰ ਮੇਰਾ ਸਿੱਧਾ ਕੀ ਬਣ ਗਿਆ, ਆਨਸਰ ਏ। ਮੈਂ ਨਾ ਬਹੁਤ ਸਿੰਪਲ ਕੁਐਸਚਨ ਨਹੀਂ, ਮੈਂ ਸਾਰੇ ਪੈਡਾਗੋਜੀਕਲ ਕੁਐਸਚਨਸ ਲੈ ਕੇ ਆਇਆ, ਸਿਚੁਏਸ਼ਨਲ ਬੇਸਡ ਕੁਐਸਚਨ ਲੈ ਕੇ ਆਇਆ ਤਾਂ ਕਿ ਤੁਹਾਡੀ ਜਿਹੜੀ ਹੈਗੀ ਅੰਡਰਸਟੈਂਡਿੰਗ ਵਧੀਆ ਹੋ ਸਕੇ। ਅੱਗੇ ਕੁਝ ਕੁਐਸਚਨ ਜਿਹੜੇ ਹੈਗੇ ਆ ਸਿਚੁਏਸ਼ਨ ਸਿੰਪਲ ਵੀ ਹੈ, ਪਰ ਪਹਿਲਾਂ ਮੈਂ ਮੋਸਟਲੀ ਉਹ ਕੁਐਸਚਨਸ ਦੀ ਗੱਲ ਕਰ ਰਿਹਾ ਜਿਹੜੇ ਸਿਚੁਏਸ਼ਨ ਬੇਸਡ ਹੈ, ਜਿਹੜੇ ਤੁਹਾਨੂੰ ਕਨਫਿਊਜ਼ ਪੇਪਰ ਦੇ ਵਿੱਚ ਕਰ ਸਕਦੇ ਆ। ਹੁਣ ਆਪਾਂ 9th ਕੁਐਸਚਨ ਦੀ ਗੱਲ ਕਰ ਰਹੇ, ਦੇਖੋ ਅਕੋਰਡਿੰਗ ਟੂ ਨੰਬਰਿੰਗ ਦੇਖ ਲਿਓ ਸਟੂਡੈਂਟਸ, 9th ਕੁਐਸਚਨ ਹੈ ਸ਼ਾਇਦ, ਅਕੋਰਡਿੰਗ ਟੂ ਕੋਹਲਬਰਗ ਥਿਊਰੀ ਆਫ ਮੋਰਲ ਡਿਵੈਲਪਮੈਂਟ ਅ ਹਿਊਮਨ ਬੀਇੰਗਸ ਮੋਰਲ ਡਿਵੈਲਪ ਇਜ਼ ਅ ਪ੍ਰੋਸੈਸ ਆਫ ਵਟ। ਠੀਕ ਹੈ, ਕਿ ਕੋਹਲਬਰਗ ਦੇ ਅਨੁਸਾਰ ਇੱਕ ਹਿਊਮਨ ਬੀਇੰਗ ਦਾ ਮੋਰਲ ਡਿਵੈਲਪਮੈਂਟ ਪ੍ਰੋਸੈਸ ਹੈ ਕੀ ਹੈ, ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਕੋਹਲਬਰਗ ਨੇ ਕੀ ਕਿਹਾ ਸੀਗਾ ਕਿ ਬੱਚੇ ਦੀ ਜਿਹੜੀ ਮੋਰੈਲਿਟੀ, ਇੱਕ ਹਿਊਮਨ ਦੀ ਜਿਹੜੀ ਮੋਰੈਲਿਟੀ ਹੈ ਨਾ, ਉਹ ਕੀ ਹੈ, ਸਟੈਪ ਬਾਈ ਸਟੈਪ ਵੱਧਦੀ ਹੈ। ਮਤਲਬ ਪਹਿਲਾਂ ਪਹਿਲੀ ਲੈਵਲ ਤੇ ਆਏਗਾ, ਫਿਰ ਦੂਜੇ ਤੇ ਆਏਗਾ, ਫਿਰ ਤੀਸਰੇ ਤੇ ਆਏਗਾ। ਇਹ ਹੋ ਸਕਦਾ ਹੈ ਕਿ ਬੰਦਾ ਸਾਰੀ ਉਮਰ ਪਹਿਲੇ ਲੈਵਲ ਤੇ ਬੈਠਾ ਰਹੇ, ਇਹ ਹੋ ਸਕਦਾ ਹੈ ਬੰਦਾ ਸਾਰੀ ਉਮਰ ਦੂਜੇ ਲੈਵਲ ਤੇ ਬੈਠਾ ਰਹੇ, ਪਰ ਇਹ ਨਹੀਂ ਹੋ ਸਕਦਾ ਕਿ ਪਹਿਲੇ ਤੋਂ ਜੰਪ ਕਰਕੇ ਸਿੱਧਾ 3rd ਤੇ ਪਹੁੰਚੇ। ਲਾਈਨ ਵਾਈਜ਼ ਸੀਕੁਐਂਸ ਵਾਈਜ਼ ਚੱਲੇਗਾ। ਤਾਂ ਦੇਖੋ ਇਹਦੇ ਵਿੱਚ ਕੀ ਹੈ, ਗ੍ਰੈਜੂਅਲੀ ਇੰਟਰਲਾਈਜ਼ ਸੋਸ਼ਲ ਵੈਲਿਊਜ਼ ਆਫ ਰਾਈਟ ਐਂਡ ਰੋਂਗ। ਨਹੀਂ ਇਹ ਕੋਈ ਕਨਸੈਪਟ ਨਹੀਂ ਹੈਗਾ। ਠੀਕ ਹੈ, ਰਿਕੋਗਨਾਈਜ਼ ਦ ਥਿੰਗਸ ਦੈਟ ਕੈਨ ਬੈਨੀਫਿਟ ਅਦਰ ਪੀਪਲ ਐਂਡ ਵਟ ਕੈਨ ਕਾਜ਼ ਹਾਰਮ ਟੂ ਅਦਰਸ। ਨਹੀਂ ਰਿਕੋਗਨਾਈਜ਼ ਵੀ ਨਹੀਂ ਕਰ ਪਾ ਰਹੇ ਇੰਨੀ ਜਲਦੀ, ਇਹ ਵੀ ਕੋਈ ਕਨਸੈਪਟ ਨਹੀਂ ਹੈਗਾ। ਪ੍ਰੋਸੈਸਿੰਗ ਥਰੂ ਅ ਸੀਰੀਜ਼ ਆਫ ਸਟੈਂਡਰਡ ਸਟੇजेस, ਆ ਗਈ ਨਾ ਉਹੀ ਗੱਲ ਕਿ ਇੱਕ ਪ੍ਰੋਸੈਸ ਹੈ ਜਿਹੜਾ ਸੀਰੀਜ਼ ਲਾਈਨ ਵਾਈਜ਼ ਜਿਹੜਾ ਹੈਗਾ ਇੱਕ ਸੀਰੀਜ਼ ਦੇ ਅਕੋਰਡਿੰਗ ਚੱਲੇਗਾ, ਤਾਂ ਹਾਂਜੀ ਆਨਸਰ ਹੋ ਸਕਦਾ ਹੈ। ਹਾਇਰਾਰਕੀ ਲੈਵਲ in which individual develop in ability to regulate emotion। ਨਹੀਂ ਜੀ ਹਾਇਰਾਰਕੀ ਦੀ ਗੱਲ ਨਹੀਂ ਕੀਤੀ। ਠੀਕ ਹੈ, ਚਲੋ ਸਟੈਪ ਬਾय ਸਟੈਪ ਆਪਾਂ ਕਹਿ ਸਕਦੇ ਹਾਂ ਹਾਇਰਾਰਕੀ ਦਾ ਮੀਨਿੰਗ ਹੈ, ਪਰ ਇਹ ਇਮੋਸ਼ਨਸ ਰੈਗੂਲੇਟ ਇਮੋਸ਼ਨਸ ਦੀ ਗੱਲ ਨਹੀਂ ਕੀਤੀ ਇਹਨਾਂ ਨੇ। ਬੇਸਿਕਲੀ ਆਨਸਰ ਕੀ ਆਏਗਾ, ਆਨਸਰ ਸੀ ਇਜ਼ ਅ ਰਾਈਟ ਆਨਸਰ। ਨੈਕਸਟ ਆਪਾਂ ਗੱਲ ਕਰ ਰਹੇ ਹਾਂ ਕੁਐਸਚਨ ਨੰਬਰ 10। 3 ਮੇਜਰ ਐਸਪੈਕਟਸ ਆਫ ਮੋਰਲ ਡਿਵੈਲਪਮੈਂਟ includes ਕਿਹੜੇ moral development ਦੇ ਵਿੱਚ 3 aspects ਆਣਗੇ। ਦੇਖੋ stimulus response, ਇਹ ਕਿਹਨੇ ਕਿਹਾ, ਸਕਿਨਰ ਨੇ। ਇਹ ਤਿੰਨੋਂ ਕਿਹਦੇ ਵਿੱਚ ਆਣਗੇ, ਸਕਿਨਰ ਦਾ ਸੰਬੰਧ ਕਿਹਦੇ ਨਾਲ ਹੈ, ਲਰਨਿੰਗ ਨਾਲ ਹੈ, ਨਾ ਕਿ moral development ਨਾਲ। ਤਾਂ ਇਹ ਆਪਸ਼ਨ ਖਤਮ ਹੋ ਗਿਆ। ਉਹਨੇ ਗੱਲ ਕੀਤੀ ਨਾ ਰਿਸਪੌਂਸ, ਸਟਿਮੂਲਸ ਤੇ ਕਨਸੀਕੁਐਂਸਿਸ, ਸਰਕਮਸਟੈਂਸਿਸ ਦੀ ਗੱਲ ਕੀਤੀ ਹੈ। ਇੰਡੀਵਿਜੂਅਲ, ਫੈਮਿਲੀ, ਸੋਸਾਇਟੀ, ਇਹ ਵੀ ਨਹੀਂ ਆਏਗਾ। ਇਡੇਗੋ ਸੁਪਰੀਗੋ ਦੀ ਗੱਲ ਕਿਹਨੇ ਕੀਤੀ ਹੈ, ਫਰਾਇਡ ਨੇ ਕੀਤੀ ਹੈ। ਇਹਦਾ ਸੰਬੰਧ ਕਿਹਦੇ ਨਾਲ ਹੈ, ਪਰਸਨੈਲਿਟੀ ਨਾਲ। ठीक है, तो आंसर क्या आएगा बच्चे, थॉट्स अपने किस तरह दे, बिहेवियर किस तरह का है, ते आपां किस तरह नाल फीलिंग्स अपनी किस तरह दी। तो आंसर आ जाएगा बच्चे अपना डी आंसर। नेक्स्ट आपां हुण गल कर रहे हैं 11th क्वेश्चन दी आपां गल कर रहे हैं। डैश रीजनिंग फोकस ऑन थॉट्स अबाउट सोशल। हुण सोशल कॉन्सिक्वेंसी बारे कोई सोच रहा है तो केड़ी रीजनिंग होएगी, सोशल रीजनिंग ही होएगी ना। तो मतलब बी ऑप्शन गई। ठीक है, ਤੇ ਸੋਸ਼ਲ ਕੋਗਨੀਟਿਵ ਤਾਂ ਆਏਗਾ ਨਹੀਂ। ਠੀਕ ਹੈ, ਸੋਸ਼ਲ ਕੋਗਨੀਸ਼ਨ ਤਾਂ ਆਏਗਾ ਨਹੀਂ, ਸੋਸ਼ਲ ਕਨਵਰਸੇਸ਼ਨ ਹੋ ਸਕਦਾ ਹੈ। ਠੀਕ ਹੈ, ਤਾਂ ਇੱਕ ਵਾਰੀ ਆਪਣੀ ਏ ਬੀ ਆਪਸ਼ਨ ਗਈ, ਬਾਕੀ ਸਾਰੀ ਆਪਾਂ ਰੱਖ ਲੈਣੇ। ਐਂਡ ਡੈਸ਼ ਰੀਜ਼ਨਿੰਗ ਬੇਸਿਸ ਆਫ ਐਥੀਕਲ ਇਸ਼ੂ ਤੇ ਤਾਂ ਮੋਰਲ ਆਏਗਾ। ਐਥੀਕਲ ਇਸ਼ੂ ਦੇ ਉੱਪਰ ਤਾਂ ਕਿਹੜੀ ਹੋਏਗੀ, ਮੋਰਲ। ਮਤਲਬ ਆ ਆਪਸ਼ਨ ਵੀ ਗਈ। ਤਾਂ ਹੁਣ ਸੋਸ਼ਲ ਕੋਗਨੀਟਿਵ, ਸੋਸ਼ਲ ਸੁਸਾਇਟੀ ਦੇ ਮਾਈਂਡ ਨਹੀਂ, ਕਨਵੈਨਸ਼ਨਲ, ਸੋਸ਼ਲ ਕਨਵੈਨਸ਼ਨਲ ਰੀਜ਼ਨਿੰਗ ਜਿਹੜੀ ਹੈਗੀ ਹੈ ਉਹ ਰਿਲੇਟ ਕਰੇਗੀ ਕਿਹਦੇ ਨਾਲ, ਸੋਸ਼ਲ ਕਨਸੀਕੁਐਂਸਿਸ ਦੀ ਬਾਰੇ। ਠੀਕ ਹੈ,
ਤੇ ਜਿਹੜੀ ਮੋਰੈਲਿਟੀ ਹੋਏਗੀ, ਮੋਰਲ ਰੀਜ਼ਨਿੰਗ ਹੋਏਗੀ, ਉਹ ਕਿਹਦੇ ਉੱਪਰ ਕਰੇਗੀ, ਮੋਰਲ ਐਥੀਕਲ ਇਸ਼ੂਜ਼ ਦੇ ਉੱਪਰ। ਤਾਂ ਆਨਸਰ ਬੱਚੇ ਮੇਰਾ ਕੀ ਬਣ ਜਾਏਗਾ, ਏ ਆਪਸ਼ਨ। ਨੈਕਸਟ 12th क्वेश्चन की आप गल कर रहे हैं कि कोहलबर्ग, अकॉर्डिंग टू कोहलबर्ग, a key concept is in understanding moral development, key concept के moral development is dash the development change from behavior that is externally controlled, बाहरी control, to behavior that is controlled internally standard and principles। तो autonomous morality अपने आप तो होंदी नहीं, ठीक है। इंडिविजुअलिज्म ये भी नहीं आप कह सकते, सोशल कॉन्ट्रैक्ट नहीं, ये थर्ड पॉइंट है, ये सेकंड मेरा पॉइंट है कोहलबर्ग का। तो इनू आप की कह सकते हैं, इंटरनलाइजेशन। ये आप की आ जाएगा कि मॉरल डेवलपमेंट इज इंटरनलाइजेशन, ठीक है, दैट डिवेलप चेंजेस ऑफ बिहेवियर, ਜਿਹੜਾ ਆਪਣੇ ਅੰਦਰੂਨੀ ਹੋਏਗੀ, ਇੰਟਰਨਲਾਈਜੇਸ਼ਨ ਹੋਏਗੀ, ਉਹੀ ਬਿਹੇਵੀਅਰ ਨੂੰ ਐਕਸਟਰਨਲੀ ਚੇਂਜ ਕਰਦੀ ਹੈ ਤੇ ਇੰਟਰਨਲ ਸਟੈਂਡਰਡਸ ਪ੍ਰਿੰਸੀਪਲਸ ਨੂੰ ਜਿਹੜਾ ਹੈਗਾ ਕੰਟਰੋਲ ਕਰਦੀ ਹੈ। ਤਾਂ ਆਨਸਰ ਬੱਚੇ ਕੀ ਆ ਜਾਏਗਾ, ਡੀ। ਇੰਡੀਵਿਜੂਅਲਿਜ਼ਮ ਇੱਕ ਪੁਆਇੰਟ ਹੈ, सोशल कॉन्ट्रैक्ट एक पॉइंट है, ऑटोनॉमस मतलब अपने आप, ਇਹਦਾ ਕੋਈ ਲਿੰਕ ਨਹੀਂ ਹੈਗਾ, ਇਸ ਕਰਕੇ ਆਨਸਰ ਕੀ ਆ ਜਾਏਗਾ, ਡੀ ਆਪਸ਼ਨ। ਜਿਨ੍ਹਾਂ ਸਟੂਡੈਂਟਸ ਨੂੰ ਨਾਲ ਦੇਖੋ ਸਾਡੀ ਇਹ ਪੀਡੀਐਫ ਚਾਹੀਦੀਆਂ ਤਾਂ ਸਾਡਾ ਟੈਲੀਗ੍ਰਾਮ ਗਰੁੱਪ ਬਣਿਆ ਹੋਇਆ ਹੈ, ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਸੀਂ ਉਹਦਾ ਟੈਲੀਗ੍ਰਾਮ ਗਰੁੱਪ ਜਿਹੜਾ ਹੈਗਾ ਲਿੰਕ ਸੈਂਡ ਕੀਤਾ ਹੋਇਆ ਹੈ, ਉਹ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ। ਤੁਹਾਨੂੰ ਸਾਰੀਆਂ ਪੀਡੀਐਫ 1 ਬਾय 1 ਸਾਰੀਆਂ ਪੀਡੀਐਫ ਸਾਨੂੰ ਜਿਹੜੀਆਂ ਹੈਗੀਆਂ ਇਹ ਐਮਸੀਕਿਊਜ਼ ਦੀਆਂ ਜਾਂ ਕੋਈ ਹੋਰ ਨੋਟਸ ਹੈ, ਕੋਈ ਟੌਪਿਕਸ ਤੁਹਾਨੂੰ ਮਿਲ ਜਾਣਗੇ। ਨੈਕਸਟ ਆਪਾਂ ਗੱਲ ਕਰ ਰਹੇ ਹਾਂ ਕੁਐਸਚਨ ਨੰਬਰ 13 ਨੰਬਰ ਕੁਐਸਚਨ ਦੀ ਗੱਲ ਕਰ ਰਹੇ ਹਾਂ। ਜਿਹੜੀ ਕੋਹਲਬਰਗ, ਦੇਖੋ ਹੁਣ ਇਹਨਾਂ ਨੇ ਕਨਫਿਊਜ਼, ਜਿਹੜਾ ਪੇਪਰ ਜੇ ਮੰਨ ਲਓ ਮੈਂ ਆਪਾਂ ਕਹਿੰਦੇ ਆ ਨਾ ਕਿ ਪੇਪਰ ਬਹੁਤ ਸੌਖਾ ਹੈ ਜਾਂ ਪੇਪਰ ਬਹੁਤ ਔਖਾ ਹੈ, ਉਹਦਾ ਕੋਈ ਤਰੀਕਾ ਨਹੀਂ ਹੈਗਾ, ਸਿਰਫ ਕੋਰਿਲੇਸ਼ਨ ਹੈ, ਠੀਕ ਹੈ। ਤੁਹਾਨੂੰ ਕੋਰਿਲੇਟ, ਹੁਣ ਦੇਖੋ ਪੇਪਰ ਨੂੰ ਥੋੜਾ ਟਫ ਕਰਨਾ ਹੈ ਤਾਂ ਕੋਹਲਬਰਗ ਨੂੰ ਕਿਹਦੇ ਨਾਲ ਕੋਰਿਲੇਟ ਕਰਤਾ, ਪਿਆਜੇ ਦੀ ਸਟੇਜ ਨਾਲ, ਠੀਕ ਹੈ, ਪਿਆਜੇ ਦੀ ਮੋਰਲ ਡਿਵੈਲਪਮੈਂਟ ਨਾਲ ਕਰਤਾ। ਹੁਣ ਤੁਹਾਨੂੰ ਪਤਾ ਹੋਵੇ ਪਹਿਲਾਂ ਕਿ ਪਿਆਜੇ ਨੇ ਕਿਹੜੀ ਕਿਹੜੀ ਗੱਲ ਕੀਤੀ ਹੈ, ਪਿਆਜੇ ਨੇ ਗੱਲ ਕੀਤੀ ਹੈ ਪ੍ਰੀ ਮੋਰਲ ਜਾਂ ਇਹਨੂੰ ਕੀ ਬੋਲਦੇ ਐਨੋਮੀ, ਇਹਨੂੰ ਕੀ ਬੋਲਦੇ ਆ ਐਨੋਮੀ। ਦੂਸਰਾ ਕੀ ਹੈ, ਹੈਟਰੋਨੋਮੀ ਦੀ ਗੱਲ ਕੀਤੀ ਹੈ। ਥਰਡ ਉਹਨਾਂ ਨੇ ਗੱਲ ਕੀਤੀ ਹੈ ਆਟੋਨੋਮਸ। ਕਲੀਅਰ। ਤਾਂ ਹੁਣ ਦੇਖੋ ਕੋਹਲਬਰਗ ਕਨਵੈਨਸ਼ਨਲ ਲੈਵਲ ਆਫ ਮੋਰੈਲਿਟੀ, ਕਨਵੈਨਸ਼ਨਲ मतलब मेरे दूसरे लेवल की गल कर रहे हैं, कॉरस्पोंडेंस टू विच ऑफ द पियाजे। देखो ਜਿਹੜੀ ਕੋਹਲਬਰਗ ਦੀ ਕਨਵੈਨਸ਼ਨਲ ਲੈਵਲ ਹੈ ਨਾ, ਇਹਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਦਿਖਾਵਾ ਕਰ ਰਿਹਾ, ਠੀਕ ਹੈ, ਉਹਨੂੰ ਰੂਲ ਪਤਾ ਲੱਗ ਗਿਆ, ਮੋਰੈਲਿਟੀ ਦਾ ਸਮਝ ਆ ਗਿਆ, ਤੇ ਇਹਨੂੰ ਪਿਆਜੇ ਨੇ ਆਪਣੀ ਕਿਹੜੀ ਸਟੇਜ ਦੇ ਵਿੱਚ ਦੱਸਿਆ ਬੱਚੇ, ਥਰਡ ਸਟੇਜ ਦੇ ਵਿੱਚ ਦੱਸਿਆ। ਪਹਿਲੇ ਵਿੱਚ ਉਹ ਕੀ ਕਹਿੰਦਾ ਕਿ ਪਿਆਜੇ ਕੀ ਕਹਿ ਰਿਹਾ ਪਹਿਲੀ ਸਟੇਜ ਦੇ ਵਿੱਚ, ਐਨੋਮੀ ਜਾਂ ਮੋਰੈਲਿਟੀ ਦੇ ਵਿੱਚ, ਐਨੋਮੀ ਜਾਂ ਪ੍ਰੀ ਮੋਰਲ ਚ ਕੀ ਕਹਿੰਦਾ ਹੈ ਕਿ ਬੱਚਾ ਨਾ ਤਾਂ ਪੂਰੀ ਤਰ੍ਹਾਂ ਨੈਤਿਕ ਹੈ ਤੇ ਨਾ ਪੂਰੀ ਤਰ੍ਹਾਂ ਅਨੈਤਿਕ ਹੈ, ਠੀਕ ਹੈ। ਸੈਕਿੰਡ ਹੈਟਰੋਨੋਮੀ ਦੇ ਵਿੱਚ ਕੀ ਕਹਿੰਦਾ ਹੈ, ਹੈਟਰੋਨੋਮੀ ਦੇ ਵਿੱਚ ਕੀ ਕਹਿੰਦਾ ਹੈ ਕਿ ਉਹਨੂੰ ਲੱਗਦਾ ਹੈ ਕਿ ਕੁਝ ਰੂਲਸ ਜਿਹੜੇ ਹੈਗੇ ਆ ਉਹ ਫਿਕਸ ਹੈ, ਇਹਨੂੰ ਬਦਲ ਨਹੀਂ ਸਕਦੇ। ਤੇ ਆਟੋਨੋਮਸ ਦੇ ਵਿੱਚ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਰੂਲਸ ਚੇਂਜੇਬਲ ਹੈ, ਠੀਕ ਹੈ। ਤਾਂ ਮੋਰੈਲਿਟੀ ਮੈਂ ਜਿਵੇਂ ਮਰਜ਼ੀ ਸ਼ੋ ਕਰ ਸਕਦਾ, ਇਸ ਕਰਕੇ ਆਨਸਰ ਕੀ ਆ ਜਾਏਗਾ, ਸੀ ਆਨਸਰ। ਹੁਣ ਜਿਹੜਾ ਫੋਰਥ ਯੂਨੀਵਰਸਲ ਮੋਰੈਲਿਟੀ ਆਪਸ਼ਨ ਪਾਈ ਹੈ ਇਹਨਾਂ ਨੇ, ਇਹ ਆਪਸ਼ਨ ਕਿੱਥੋਂ ਚੱਕੀ ਹੈ ਉਹਨਾਂ ਨੇ, ਕੋਹਲਬਰਗ ਥਿਊਰੀ ਚੋਂ। ਕਿਹਦੇ ਚੱਕੀ ਹੈ, ਕੋਹਲਬਰਗ ਦੀ ਲਾਸਟ ਸਟੇਜ ਹੈ ਜਿਹਨੂੰ ਯੂਨੀਵਰਸਲ ਮੋਰੈਲਿਟੀ ਜਾਂ ਯੂਨੀਵਰਸਲ ਆਪਾਂ ਪ੍ਰਿੰਸੀਪਲ ਵੀ ਬੋਲ ਸਕਦੇ ਹਾਂ। ਨੈਕਸਟ 14th ਕੁਐਸਚਨ ਆਪਾਂ ਗੱਲ ਕਰ ਰਹੇ ਹਾਂ, ਕੁਐਸਚਨ ਨੰਬਰ 14। ਦੇਖੋ ਕੁਐਸਚਨ ਨੰਬਰ 14 ਦੇ ਵਿੱਚ ਉਹਨਾਂ ਨੇ ਕਿਹਾ ਵਿਚ ਆਫ ਦਾ ਫੋਲੋਇੰਗ ਨਾਟ ਅ ਸਟੇਜ ਆਫ ਪਿਆਜੇ ਮੋਰਲ ਡਿਵੈਲਪਮੈਂਟ। ਹੁਣ ਦੇਖੋ ਹੁਣ ਜੇ ਤੁਹਾਨੂੰ ਪਤਾ ਹੋਏਗਾ ਕਿ ਕਿਹੜੀ ਪਿਆਜੇ ਮੋਰਲ ਡਿਵੈਲਪਮੈਂਟ ਸੰਬੰਧੀ ਨਹੀਂ ਹੈਗੀ ਤਾਂ ਸਿੱਧਾ ਹੀ ਪਤਾ ਲੱਗ ਜਾਣਾ ਬੱਚੇ ਆਪਾਂ ਨੂੰ ਕਿ ਕਨਵੈਨਸ਼ਨਲ ਲੈਵਲ ਇਹ ਕੀ ਹੈ ਜੀ, ਕੋਹਲਬਰਗ ਦੀ ਲੈਵਲ ਹੈ। ਇਹਨਾਂ ਨੇ ਪਿਆਜੇ ਦੀ ਸਟੇजेस ਦੀਆਂ ਕਿ ਪਿਆਜੇ ਦੀਆਂ ਤਿੰਨੋਂ ਸਟੇजेस ਹੈ। ਨੈਕਸਟ ਕੁਐਸਚਨ 15th ਕੁਐਸਚਨ। ਹਾਂਜੀ ਹੁਣ ਦੇਖੋ ਹੁਣ ਕੁਐਸਚਨ ਨੂੰ ਕਿਹਦੇ ਨਾਲ ਉਹਨਾਂ ਨੇ ਕੋਰਿਲੇਟ ਕਰਤਾ, ਗਿਲੀਗਨ ਇੱਕ ਲੇਡੀ ਸੀ ਜਿਨ੍ਹਾਂ ਨੇ ਕੋਹਲਬਰਗ ਦੀ ਥਿਊਰੀ ਨੂੰ ਇਸ ਕਰਕੇ ਜਿਹੜਾ ਹੈਗਾ ਕ੍ਰਿਟਿਸਾਈਜ਼ ਕੀਤਾ। ਕਿਉਂਕਿ ਉਹਨਾਂ ਨੇ ਕੀ ਕਿਹਾ ਕਿ ਕੋਹਲਬਰਗ ਨੇ ਬॉयਜ਼ ਐਂਡ ਗਰਲਸ ਵਰਡ ਯੂਜ਼ ਕੀਤਾ ਹੈ, ਪਰ ਕਿਤੇ ਵੀ ਉਹਨਾਂ ਨੇ ਜਿਹੜਾ ਹੈਗਾ ਗਰਲਸ ਦੀ ਇੰਪੋਰਟੈਂਸ ਨਹੀਂ ਦਿਖਾਈ, ਹਰ ਜਗ੍ਹਾ ਤੇ ਮੈਨ ਦੀ ਹੀ ਗੱਲ ਕੀਤੀ ਹੈ। ਇਸੇ ਕਰਕੇ ਗਿਲਗਨ ਜਿਹੜੀ ਥਿਊਰੀ ਲੈ ਕੇ ਆਈ ਸੀ ਉਹ ਕੀ ਸੀ, ਮੋਰਲ ਡਿਵੈਲਪਮੈਂਟ ਫॉर ਵੂਮਨਸ, ਠੀਕ ਹੈ ਨਾ। ਤਾਂ ਉਹਨਾਂ ਨੇ ਸੇਮ ਸਟੇजेस ਸੇਮ ਸੀਗੀਆਂ, ਪ੍ਰੀ ਕਨਵੈਨਸ਼ਨਲ, ਕਨਵੈਨਸ਼ਨਲ ਤੇ ਪੋਸਟ ਕਨਵੈਨਸ਼ਨਲ, ਨਾਮ ਦੇਤਾ ਸਟੇजेस। ਹੁਣ ਦੇਖੋ ਇਨ ਲੁੱਕ ਐਟ ਕੋਹਲਬਰਗ ਵਿਊਜ਼ ਆਫ ਮੋਰੈਲਿਟੀ,
in look at Kohlberg's views of morality, Gilligan argues that man and woman have different voices in relation to moral decision making. She labels that difference as the morality of, इन्होंने justice नहीं, morality of, उन्होंने justice and caring की गल की है बच्चे, ठीक है, आधा डेढ़ दो में खत्म ही हो गए। तो इन्होंने क्या morality of caring, पहला किया caring for man and morality of justice की गल की है women's दे लिए। मैन इन्होंने वोमेन ਦੇ ਲਈ की गल की है, जस्टिस की गल की है, तो आंसर मेरा क्या आ जाएगा बी ऑप्शन, बी इज माई राइट ऑप्शन। ठीक है, ਤੁਹਾਨੂੰ ਇਹ ਚੀਜ਼ ਨੂੰ ਧਿਆਨ ਨਾਲ ਸਮਝਣਾ ਪਏਗਾ, ਐਮਸੀਕਿਊਜ਼ ਨੂੰ ਤੁਹਾਨੂੰ ਧਿਆਨ ਨਾਲ ਸਮਝਣਾ ਪਏਗਾ ਕਿ ਕਿਹੜਾ ਕੁਐਸਚਨ ਕਿਵੇਂ, ਕਿਉਂਕਿ ਦੇਖੋ ਸੇਮ ਹੈ, ਸਿਰਫ ਆਪਸ਼ਨਾਂ ਉਲਟਾਈਆਂ ਹੋਈਆਂ। ਨੈਕਸਟ, ਹੁਣ ਦੇਖੋ ਤੁਸੀਂ ਕਹੋਗੇ ਸਰ ਕੁਐਸਚਨ ਬਹੁਤ ਵੱਡਾ ਹੈ, ਪਰ ਕਈ ਉਹਦੇ ਵਿੱਚ ਨਾ ਹੁੰਦਾ ਕੁਝ ਵੀ ਨਹੀਂ, ਸਿਰਫ ਸਟੇਟਮੈਂਟ ਤੁਹਾਨੂੰ ਕਨਫਿਊਜ਼ ਕਰਨ ਲਈ, ਤੁਹਾਨੂੰ ਡਰਾਉਣ ਦੇ ਲਈ ਐਡੀ ਕੀਤੀ ਹੁੰਦੀ ਹੈ। ਦੇਖੋ when Mika is asked why he should not hit his brother, Mika ने जो क्या कि अपने भरा ਨੂੰ क्यों नहीं मारिया, he respond because mom said so, मम्मा ने क्या सी क्योंकि and if I do, जेकर मैं ऐसा किया I will get yelled, ਮੈਨੂੰ ਜਿਹੜਾ ਹੈ ਨਰਕ ਦੀ ਪ੍ਰਾਪਤੀ ਹੋਏਗੀ। Mika level of moral development fits with which stage of Piaget or Kohlberg, नहीं बच्चे Piaget नहीं आएगा, सिर्फ एक गलत है लिख लो, सिर्फ आएगा फिट विच ऑफ कोहलबर्ग स्टेज। एक सेकेंड, ऑप्शन च किया कोहलबर्ग, हाँ जी कोहलबर्ग स्टेज दे विच आएगा। तो कोहलबर्ग दी केड़ी स्टेज है बच्चे, ये प्री कन्वेंशनल। प्री कन्वेंशनल दे विच की है कि जां तां मैं आज्ञा दा पालन कर रहा जां मैं डरदा पेरेंट्स तो, ठीक है, तो वो किहदे विच आएगा बच्चे, प्री कन्वेंशनल दे विच आएगा ए ऑप्शन। आप प्याजे कट कर लियो, प्याजे नहीं होएगा, ओनली कोहलबर्ग होएगा, ठीक है, मिस प्रिंट होया। नेक्स्ट आप हम गल कर रहे हैं क्वेश्चन नंबर 17। केड़ा क्वेश्चन की गल कर रहे हैं, 17 की गल कर रहे हैं। प्रिया डिसाइड्स टू गेट अ डिवोर्स। देखो हुन प्रिया ने डिवोर्स लैन बारे सोचा व्हेन टू हर फ्रेंड, ओदे जो दो फ्रेंड डिस्कस कर रहे सीगे तां ओ की कह रहे सीगे, वन ऑफ देम सेज आल्थो आई डू नॉट पर्सनली एग्री, कहंदे इहदा एक फ्रेंड की कहंदा कि मैं इस डिसीजन नाल एग्री, इस डिसीजन तो एग्री नहीं करता विद प्रिया डिसीजन, ठीक है, इस डिसीजन तो एग्री नहीं करता, इट विल अल्टीमेटली हर चॉइस, ये ओदी चॉइस है, इस करके मैं सपोर्ट करांगा। मतलब वो की गल कर रहा है बच्चे, वो गल कर रहा है पोस्ट कन्वेंशनल, की सही है की गलत है, लोग की सोचेंगे उन्हें कोई मतलब नहीं, ओदा डिसीजन है, उन्हें जो लग्या उन्हें वो किया, तो वो आंसर क्या आ जाएगा मेरा बी ऑप्शन, आंसर क्या आ जाएगा मेरा पोस्ट कन्वेंशनल लेवल। देखो आप क्वेश्चन बहुत अच्छे लेवल पे लेके आए हैं, शायद ਤੁਹਾਨੂੰ थोड़े डिफिकल्ट लग रहे होंगे, पर इन्हों अंडरस्टैंड करो, इन्हों समझ के देखो, तुसी इन्हों बड़े आसानी दे नाल कर लोगे। नेक्स्ट अपना क्वेश्चन नंबर है 18th क्वेश्चन की आप गल कर रहे हैं। नेक्स्ट, द स्टैंडर्ड मॉरल आर्गूमेंट इज अ मिक्सचर ऑफ, मॉरल आर्गूमेंट की मिक्सचर है, स्टेटमेंट दा नहीं जी, डिडक्टिव दा, डिडक्टिव इंडक्टिव की है, एक ही है रूल टू एग्जांपल, रूल टू एग्जांपल, एक ही है एग्जांपल टू रूल, नहीं जी, क्वेश्चन आंसर नहीं जी, एक ही है मॉरल एंड नॉन मॉरल स्टेटमेंट। आर्गुमेंट यही है ना कि व्हाट इज मॉरल और व्हाट इज नॉन मॉरल, विच थिंग इज मॉरल और विच थिंग इज नॉन मॉरल। तो आंसर की आ जाएगा मेरा, आंसर की आ जाएगा मेरा बी आंसर, बी इज अ राइट ऑप्शन। नेक्स्ट आप गल कर रहे हैं क्वेश्चन नंबर 19, अपने सामने 19th क्वेश्चन है, ठीक है। द बेस्ट अप्रोच, सब तो वधिया अप्रोच टू आइडेंटिफाइंग इंप्लिसिट प्रीमाइसिस is to treat moral arguments as, सब तो वधिया अप्रोच केड़ी है मॉरल आर्गूमेंट्स नु समझण दी। तो बच्चे ਤੁਹਾਨੂੰ भी पता है सब तो वधिया केड़ी है, डिडक्टिव अप्रोच है, क्योंकि रूल टू एग्जांपल हुणी दस के टाइम है, रूल टू एग्जांपल पहला बच्चे नु रूल समझाए जाएंगे, ठीक है, पहला बच्चे नु रूल समझाए जाएंगे, उस तो बाद की है उन्हां नु आर्गूमेंट किया जाएगा, उस चीज नाल उन्हां नु एग्जांपल्स दित्ती जाणीਆਂ। तो बेस्ट केड़ा मेथड आएगा डिडक्टिव। इंडक्टिव क्यों होगा, पहला एग्जांपल दो फिर रूल समझाओ, ठीक है, नॉन मॉरल का मतलब ही नहीं, थ्योरीज मतलब ही नहीं। आंसर क्या आ गया पीछे बी आंसर। 20 नंबर क्वेश्चन की गल कर रहे हैं, वी कैन एवेलुएट अ मॉरल प्रीमाइसिस बाय, मॉरल प्रीमाइसिस ਨੂੰ ਆਪਾਂ किस तरह एवेलुएट कर सकते हैं, ਤਾਂ ट्राइंग टू थिंक ऑफ, बच्चे स्पेस है थे, ठीक है ना, काउंटर एग्जांपल्स टू इट, ठीक है जी, आप देखते हैं ਇਹਨੂੰ हो सकता है, ठीक है, रेफर नॉन मॉरल नहीं जी, नॉन मॉरल ना किवें, एवेलुएशन दा कंक्लूजन
कंक्लूजन इवैल्यूएट करके भी आप कर सकते हैं, ठीक है जी। रिवॉर्डिंग द नॉन और प्रोमाइसेस, नहीं जी ये भी नहीं हो सकता। ट्राइंग टू थिंक ऑफ काउंटर एग्जांपल्स, मॉरल, हाँ जी देखो ਇਹਦਾ बेटर ऑप्शन यही आएगा बच्चे, आंसर की आएगा ਇਹਦਾ सी, कंक्लूजन कटांगे। नहीं नहीं बच्चे कंक्लूजन नहीं, कंक्लूजन मोरालिटी ਦਾ ਕੀ ਕਟਾਂਗੇ, कंक्लूजन ਤਾਂ ਉਹੀ ਨਿਕਲੇਗਾ ਨਾ ਜੋ ਮੈਨੂੰ ਸਹੀ ਲੱਗੇਗਾ। कंक्लूजन ਮੈਨੂੰ ਜੋ ਚੀਜ਼ कंक्लूजन ਤਾਂ ਮੈਂ ਉਹ ਕੱਢਾਂਗਾ ਜੋ ਮੈਨੂੰ ਠੀਕ ਲੱਗੇਗਾ, ਹੋ ਸਕਦਾ ਮੈਂ ਗਲਤ ਹੋਵਾਂ। ਤਾਂ ਇਹਦਾ ਬੈਸਟ ਆਨਸਰ ਕੀ ਆਏਗਾ ਬੱਚੇ, ਏ ਆਪਸ਼ਨ, ਇਹਦਾ ਆਨਸਰ ਏ ਆਪਸ਼ਨ ਆਏਗਾ, ਸੀ ਨਹੀਂ। ਹੁਣ ਸਮਝ ਲਓ ਇਹਨੂੰ ਧਿਆਨ ਨਾਲ, कंफ्यूजन वाला क्वेश्चन है, ਇਹਦਾ ਆਨਸਰ ਇਵੈਲੂਏਸ਼ਨ ਕਿਉਂ ਨਹੀਂ ਆਇਆ। ਤੁਸੀਂ ਕਹੋਗੇ ਸਰ ਇਵੈਲੂਏਸ਼ਨ ਲਿਖਿਆ ਹੋਇਆ ਇਵੈਲੂਏਟ ਕਰਨਾ ਹੈ ਤਾਂ ਕੰਕਲੂਜਨ ਕੱਢ ਕੇ ਕਰ ਲਾਂਗੇ, ਪਰ ਮੋਰੈਲਿਟੀ ਦਾ ਕੀ ਕੰਕਲੂਜਨ ਕੱਢੋਗੇ। ਅੱਜ ਮੇਰੇ ਲਈ ਆ ਚੀਜ਼ ਸਹੀ ਹੈ, ਸ਼ਾਇਦ ਤੁਹਾਡੇ ਲਈ ਉਹ ਚੀਜ਼ ਸਹੀ ਨਾ ਹੋਵੇ। ਜਿਸ ਨਜ਼ਰੀਏ ਨਾਲ ਮੈਂ ਦੇਖ ਰਿਹਾ ਮੈਨੂੰ ਸਹੀ ਲੱਗ ਰਹੀ ਹੈ, ਸ਼ਾਇਦ ਤੁਹਾਨੂੰ ਸਹੀ ਲੱਗੇ ਨਾ, ਤੁਸੀਂ ਉਹਨੂੰ ਨੈਗੇਟਿਵ ਕੰਕਲੂਜਨ ਕੱਢੋ। ਤਾਂ ਆਪਾਂ ਕੰਕਲੂਜਨ ਨਹੀਂ ਕੱਢਾਂਗੇ, ਆਪਾਂ ਉਹਦੀ ਐਗਜ਼ਾਮਪਲਸ ਦੇਖਾਂਗੇ, ਸੋਚਾਂਗੇ ਉਹਦੇ ਕਾਊਂਟਰ ਐਗਜ਼ਾਮਪਲਸ ਬਾਰੇ, ਉੱਥੋਂ ਆਪਾਂ ਉਹਨੂੰ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਆਨਸਰ ਕੀ ਆਏਗਾ, ए ऑप्शन। आंसर ਇਹਦਾ ਕੀ ਆਏਗਾ ਬੱਚੇ, ए ऑप्शन ਆਏਗਾ, ਦੇਖ ਲਿਓ। क्वेश्चन 21 नेक्स्ट ਆਪਾਂ ਕਿਹੜਾ क्वेश्चन ਦੀ ਗੱਲ ਕਰ ਰਹੇ ਹਾਂ, क्वेश्चन नंबर 21 ਦੀ ਆਪਾਂ ਗੱਲ ਕਰ ਰਹੇ ਹਾਂ, ठीक है। 21 नंबर क्वेश्चन ਕੀ है, the divine command theory is the view that what make an action right is, ठीक है। ਕਿਹੜੇ ਐਕਸ਼ਨ ਜਿਹੜਾ ਹੈਗਾ ਠੀਕ ਹੈ, ਇਹ ਕੀ ਆਏਗਾ ਇਹਦਾ, it is maximum overall happiness, ਚਲੋ ਹੋ ਸਕਦਾ ਹੈ। इट इज मिनिमम, नहीं जी, ठीक है। डिवाइन रब की गल की गई है ना, डिवाइन कमांड थ्योरी बच्चे तुम्हारे पेपर का कोई पार्ट है नहीं गा, ठीक है। पर जस्ट थोड़ा सा समझ लो कि कुछ क्वेश्चन जिहड़े हैगे है हट के भी आ सकते हैं, कुछ क्वेश्चन हट के भी आ सकते हैं। तो तुहानू अजिहे क्वेश्चंस का पार्ट भी देखना पएगा कि बाय चांस इन्हां दे आंदे कोई इस तो हट के जिहड़े तीनों तो इलावा कुछ हट के आने के चांसेस नहीं हैगे, पर जे बाय चांस आ गए तो आंसर देना सीख लो ना। ਤਾਂ ਡਿਵਾਈਨ ਮਤਲਬ ਰੱਬ ਦੀ ਗੱਲ ਕੀਤੀ ਗਈ, ਕਮਾਂਡ ਥਿਉਰੀ ਤਾਂ ਮਿਨੀਮਮ ਦੀ ਗੱਲ ਤਾਂ ਕਰਨਗੇ ਨਹੀਂ, ਮੈਕਸਿਮਮ ਰਿਸਪੈਕਟ ਰੱਬ ਹੈ ਤਾਂ ਪਰਸਨੈਲਿਟੀ ਦੀ ਗੱਲ ਨਹੀਂ ਕਰਨਗੇ, ਠੀਕ ਹੈ। ਓਵਰਆਲ ਹੈਪੀਨੈਸ ਹੋ ਸਕਦਾ ਹੈ, ਪਰ ਇਹਦੇ ਵਿੱਚ ਦੇਖੋ ਕੀ ਹੈ, ਦਾ ਗੋਡ ਕਮਾਂਡਸ ਇਟ, ਕਿ ਗੋਡ ਰੱਬ ਦੀ ਕਮਾਂਡ ਹੈ ਜਾਂ ਰੱਬ ਦੀ ਵਿਲਿੰਗ ਹੈ, ਇਸ ਕਰਕੇ ਕਰਨਾ ਪਏਗਾ। ਇਸ ਕਰਕੇ ਇਹਦਾ ਐਕਸ਼ਨ, ਇਹਦਾ ਆਨਸਰ ਕੀ ਆ ਜਾਏਗਾ ਬੱਚੇ, ਸੀ ਆਨਸਰ ਇਹਦਾ ਆ ਜਾਏਗਾ, ਠੀਕ ਹੈ। ਨੈਕਸਟ ਕੁਐਸਚਨ ਦੇਖੋ, ਨੈਕਸਟ ਆਪਾਂ ਹੁਣ ਕਿਹੜਾ ਕੁਐਸਚਨ ਨੰਬਰ ਪਾਈ ਚੱਲਿਓ ਬੱਚੇ, ਕੁਐਸਚਨ ਨੰਬਰ ਆਪਾਂ ਗੱਲ ਕਰ ਰਹੇ ਹਾਂ 22 ਦੀ ਗੱਲ ਕਰ ਰਹੇ ਹਾਂ। A moral theory tries to explain a moral agent motivation, नहीं जी। What society define acceptable, नहीं जी। What people believe, believe ਦੀ morality ਦੀ ਗੱਲ ਤਾਂ ਨਹੀਂ ਕਰਦੇ। एक ही है what makes an action right and what makes a person good, बिल्कुल ठीक है जी, कि ਕਿਹੜੇ एक्शन right है ਤੇ ਕਿਹੜੇ ਪਰਸਨ ਨੂੰ ਚੰਗਾ ਮੰਨਿਆ ਜਾ ਸਕਦਾ ਹੈ, ਉਸ ਚੀਜ਼ ਨੂੰ ਡਿਫਾਈਨ ਕਰੇਗੀ, ਉਹ ਕੀ ਆ ਜਾਏਗਾ, ਆਨਸਰ ਡੀ ਆ ਜਾਏਗਾ, ਠੀਕ ਹੈ ਨਾ। ਕਿਉਂਕਿ ਇਹ ਕੱਲੇ ਪੀਪਲਸ ਬਾਰੇ, ਬਲੀਵ ਬਾਰੇ ਆਪਾਂ ਨਹੀਂ ਕਹਿ ਸਕਦੇ, ਕੱਲੇ ਸੋਸਾਇਟੀ ਦੀ ਐਕਸੈਪਟੈਂਸ ਨਹੀਂ ਕਹਿ ਸਕਦੇ। ਤਾਂ ਇਹਦਾ ਬੈਟਰ ਆਪਸ਼ਨ ਜਿਹੜਾ ਹੋਏਗਾ ਉਹ ਕੀ ਹੋਏਗਾ ਬੱਚੇ, ਡੀ ਆਪਸ਼ਨ। ਨੈਕਸਟ ਕੁਐਸਚਨ ਨੰਬਰ ਕਿਹੜਾ ਆ ਗਿਆ ਆਪਣਾ 23rd ਕੁਐਸਚਨ ਕਰ ਰਹੇ ਹਾਂ ਆਪਾਂ, ਠੀਕ ਹੈ। ਕੰਸੀਡਰਡ ਮੋਰਲ ਜਜਮੈਂਟਸ ਆਰ, ਮੋਰਲ जजमेंट ਕੀ ਹੈ देखो, मॉरल जजमेंट, ठीक है। तो मॉरल जजमेंट, दोज मॉरल जजमेंट दैट आर इंडोर्स्ड बाय कॉन्सिक्वेंसेस, जेड़ा सिचुएशन बेस्ड होंदी है, नहीं जी कलियर सिचुएशन पे थोड़ा कहांगे। दोज मॉरल जजमेंट दैट्स आर मेजॉरिटी ऑफ पीपल एक्सेप्ट, कि वो जेड़ी मेजॉरिटी ऑफ पीपल जेड़ा एक्सेप्ट करते हैं, नहीं जी वो भी अपन नहीं कह सकते मॉरल जजमेंट। मॉरल जजमेंट दैट वी एक्सेप्ट आफ्टर वी रीजन अबाउट them केयरफुली, हाँ जी बिल्कुल ये आप कह सकते हैं कि मॉरल जजमेंट होया जो अपन एक्सेप्ट करते हैं उनके रीजन सोचने तो बाद। Those moral judgment we accept because upbringing, नहीं जी upbringing करके नहीं आएगा। तो आंसर मेरा की बन गया, आंसर सी मेरा की बन गई राइट ऑप्शन, आंसर सी की बन जाएगा राइट। नेक्स्ट 24 क्वेश्चन नंबर 24, a set of beliefs and theories that help us make sense of a wide range of issues in life, wide range ਦੀ ਗੱਲ ਕਰ ਰਹੇ हैं, ठीक है। ਤਾਂ ਉਹ ਥਿਊਰੀ ਨਹੀਂ ਹੋ ਸਕਦੀ, ਪ੍ਰੀਮਾਈਸਿਸ ਨਹੀਂ ਹੋ ਸਕਦਾ, ਬਲੀਫਸ ਦੀ ਗੱਲ ਕਰ ਰਹੇ ਹਾਂ, ਥਿਊਰੀਜ਼ ਦੀ ਗੱਲ ਕਰ ਰਹੇ ਹਾਂ, that help us make senses, ठीक है। ਤਾਂ ਆਨਸਰ ਕੀ ਆ ਜਾਏਗਾ ਬੱਚੇ, ਵਰਲਡ ਵਿਊ ਨਹੀਂ ਆਏਗਾ, ਆਨਸਰ ਕੀ ਆ ਜਾਏਗਾ, ਮੋਰੈਲਿਟੀ। ਉਹੀ ਹੋਏਗਾ ਨਾ ਸਾਡੇ ਥਿਊਰੀਜ਼ ਮੋਰੈਲਿਟੀ ਦੇ ਬੇਸ ਦੇ ਉੱਪਰ, ਇਸ਼ੂਜ਼। ਨੈਕਸਟ, a statement that occurring that an action is, क्वेश्चन नंबर कितना बच्चे अपना क्वेश्चन नंबर पाना भूल गए, 25 क्वेश्चन नंबर 25 की गल कर रहे हैं, ठीक है।
a statement occurs that an action is right or wrong, moral or immoral, that's something, ठीक है, such a person or motive is good or bad, ਇਹਨੂੰ ਕੀ ਕਹਾਂਗੇ? ਇਹਦਾ ਸਿੰਪਲ ਇਹ ਦੇਖੋ ਬੱਚੇ ਆਪਣੇ ਸਾਹਮਣੇ ਹੀ ਸਿੱਧਾ ਪਿਆ ਹੈ, ਅਮੋਰਲ ਨਹੀਂ ਕਹਾਂਗੇ, ਨਾਨ ਮੋਰਲ ਨਹੀਂ ਕਹਾਂਗੇ, ਮੋਟੀਵੇਸ਼ਨ ਨਹੀਂ ਕਹਾਂਗੇ, ਆਪਾਂ ਕੀ ਕਹਾਂਗੇ? ਮੋਰਲ ਸਟੇਟਮੈਂਟ। ਇਹ ਨਾ ਤੁਹਾਨੂੰ ਇਹ ਲੱਗ ਰਿਹਾ ਹੋਏਗਾ ਕਿ ਬੜਾ ਸਿੰਪਲ ਹੈ ਸਰ, ठीक है, पता ही है सानू मॉरल आएगा, ये अपना मॉरलिटी टॉपिक चल रहा है, मॉरल डिवेलपमेंट की आप गल कर रहे हैं, तां करके तुहानू लग रहा है हाँ जी ये तो आही आ जाएगा, ठीक है ना। तो पेपर दे विच कोई तुहानू पता नहीं होएगा कि मॉरलिटी की गल ही चली जाती है या मॉरल डिवेलपमेंट का क्वेश्चन चल रहा है, तुहानू क्वेश्चन किसी भी तरह ना पूछ सकते हैं। नेक्स्ट क्वेश्चन 26, व्हाट इज द डेफिनेशन ऑफ मॉरल डायलेमा। हुण देखो मॉरल डायलेमा तुहानू दस्सिया सी मैं, व्हाट इज राइट और व्हाट इज रॉन्ग दे विचकार जदों मैं कंफ्यूज हां, ठीक है ना। हुन ए सिचुएशन इन विच एन इजी चूज हैज टू बी मेड बिटवीन टू कोर्सेज ऑफ एक्शन। इजी चॉइस मतलब डिफिकल्ट होया तो फिर चलो इन रख लेने, एक बार चेक करते हैं कि बेटर इस तो कुछ हो रहा है। अ सिचुएशन इन विच अ डिफिकल्ट चूज हैज टू बी मेड डिफरेंट बिटवीन टू कोर्सेज एक्शन। चलो हुन डिफिकल्ट ओनली, इसका मतलब क्या हो गया कि ओनली इजी आ गया है, ये आ गया ओनली डिफिकल्ट, ठीक है ना। जिथे तुहानू पहले क्या सीगा, जिथे सिर्फ वर्ड आ जे मैक्सिमम चांसेस है वो आंसर नहीं हुंदा, पर आप फिर भी चेक करते हैं, हजी दोनों नू प्यार रहन दो। अ पर्सन स्टैंडर्ड ऑफ बिहेवियर और बिलीफ कंसीडरिंग व्हाट इज एंड व्हाट इज नॉट एक्सेप्टेबल। हाँ जी बेटर आ गया ना दोनों, तो मतलब आ दो कट दो, हुन आप अगला पढ़ लिए। और डिफरेंट सिचुएशन नहीं जी, तो आंसर बच्चे मेरा की आ जाएगा, आंसर मेरा की आ जाएगा सी, कि मैं दो सिचुएशंस दे विचकार कंफ्यूज हां। नेक्स्ट 27 नंबर क्वेश्चन की आप गल कर रहे हैं, रिस्पेक्ट मीन्स, तुसी रिस्पेक्ट क्यों बोलोगे? किसी को गिफ्ट देना नहीं जी, तो की हो गया नेगेटिविटी होगी, गिफ्ट देना वो की रिस्पेक्ट है। टेलिंग समथिंग एंड अपने कोई इंपॉर्टेंट सीक्रेट्स दस रहे हो, ये रिस्पेक्ट है नहीं जी, ये भी कोई रिस्पेक्ट नहीं। प्रॉब्लम जी हो सकती है तुहानू कि तुसी बस अपने अपने जो पढ़ास काट रहे हो, मतलब अपनी अंदर जी गल रख रहे हो। लाइकिंग ऑल द सेम थिंग एज समवन, ठीक है, सेम थिंग कर रहे हो नहीं जी, ये भी कोई खास कंसेप्ट नहीं। ट्रीटिंग समवन विद केयर एंड काइंडनेस, हाँ जी केयर एंड, कोई देखो अपने पैसों का भुखा नहीं हैगा, पर जो आप केयर दे रहे हैं, काइंडनेस शो कर रहे हैं, तो की है सब तो ज्यादा आप कहांगे कि हाँ जी पर्सन कोई है जिहड़ा की कर रहा है, रिस्पेक्ट दे रहा है। क्वेश्चन नंबर 28, किहड़े क्वेश्चन की गल कर रहे हैं? 28 नंबर क्वेश्चन की गल कर रहे हैं। इफ यू हर्ट समवन, देखो हमने सारे की आगे मॉरलिटी ऊपर बेस्ड है, मॉरलिटी के ऊपर बेस्ड है क्वेश्चन सारे, कि तुसी किसी को हर्ट किया फीलिंग्स नु, तो व्हाट इज द रिस्पेक्टफुल थिंग टू डू। हुन तुसी की करोगे? रोन लग जाओगे? नहीं जी। ठीक है, माफी मांगोगे? हाँ जी मांग सकते हैं, रुक जाने एक सेकंड, आप हसन लग जाओगे? नहीं जी। ये प्रेडिक्ट करोगे? प्रेडिक्टिंग नथिंग अपन, ये शो करोगे कि कुछ भी नहीं होया? नहीं जी। तो बच्चे आंसर किया जाएगा अपना अपोलोजाइज करांगे, असी की करांगे, माफी मंगांगे। नेक्स्ट क्वेश्चन नंबर कितना आ गया बच्चे अपना? 29। नेक्स्ट अपना क्वेश्चन नंबर क्या है बच्चे? 29th क्वेश्चन की गल कर रहे हैं। हाउ यू कैन रिस्पेक्ट, क्वेश्चन क्या है, हाउ यू कैन रिस्पेक्ट समवन इज टॉकिंग। तुसी किसी ने जिहड़ा हैगा रिस्पेक्ट गलबात वे किवें दे सकते हो? आई कॉन्टैक्ट करके। बच्चे आई कॉन्टैक्ट करके ना आप रिस्पेक्ट देना, आई कॉन्टैक्ट टीचिंग के लिए वधिया है, ठीक है। टीचिंग के टाइम आई कॉन्टैक्ट होना चाहिए है, क्योंकि टीचर्स की सब तो बेस्ट क्वालिटी केड़ी है? आई कॉन्टैक्ट। पर जो आप किसी अखा चखा पा के गल कर रहे हैं ना, तो ये रिस्पेक्ट नहीं, ये अपनी ईगो शो हो रही है। मेरी गल ध्यान ना समझो, दो कंसेप्ट है। मैं देखो वारी वारी कहना होना है कि साइकोलॉजी क्वेश्चन बेस्ड हुंदी नहीं हुंदी, ऑप्शन बेस्ड हुंदी है। हुण तुसीं कहोगे सर मेक आई कॉन्टैक्ट चंगा मन्निया टीचरली, पर वो टीचरली मन्ने जा रहे हैं। पर आप जो किसी को रिस्पेक्ट देनी है तो अखा चखा पा के नहीं, अखा झुका के आप कहने हैं, ठीक है। तो इस करके ये ऑप्शन कटिया गया। हग करोगे? हाँ जी हो सकता है, ठीक है। इरप्टेड them with questions, नहीं क्वेश्चन नहीं करांगे उन्होंने क्वेश्चंस पूछ के तंग करांगे नहीं, इग्नोर करांगे नहीं, तो बेटर ऑप्शन बच्चे किया जाएगी अपनी हग किया, उन्होंने गले लगावांगे। बी आंसर मेरा किया है, बिल्कुल सही आंसर है। नेक्स्ट, हाउ कैन यू शो रिस्पेक्ट ऑन द प्लेग्राउंड। हो देखो तुहानू ना कंफ्यूजन इत्थे क्रिएट करने वाली चीज आ गई, ठीक है, कि तुसी प्लेग्राउंड ना सिचुएशन देखो दी कि तुसी हुण मोरलिटी नु रोल ऑफ प्ले ना जोड़ता इन्होंने,
ठीक है ना, कि प्लेग्राउंड स्पोर्ट्समैनशिप, हाँ जी हो सकता है, प्रॉपर लैंग्वेज यूज करके एप्रोप्रिएट लैंग्वेज हो सकता है, कीप प्लेइंग वंस टू विसल ब्लो, नहीं नहीं जी ये कोई कंसेप्ट नहीं, ठीक है, गो इनसाइड नहीं जी ये भी कोई कंसेप्ट नहीं। हुण लैंग्वेज जिहड़ा हैगा वधिया तरीके नाल बोलना ये भी रिस्पैक्ट है, पर प्लेग्राउंड दी हो रही है तो बेटर ऑप्शन मेरी क्या आएगी, स्पोर्ट्समैनशिप दिखावा, मैं स्पोर्ट्समैनशिप दिखावा, तो आंसर क्या आ जाएगा, ए आंसर। नेक्स्ट, मेक स्टोल अ बार ऑफ चॉकलेट फ्रॉम अ कन्वीनियंस स्टोर, किसी ने ना एक जड़ा एक सॉरी मार्क, बच्चे सही देख लियो, मार्क ने एक जड़ा चॉकलेट चक ली किसी स्टोर तो, ही वॉज वेरी हंग्री, क्योंकि उन्हें भुख लगी सी, ही डिड नॉट थिंक, उन्हें ये जमा नहीं सोचा, एक क्वेश्चन नंबर कितना अपना, क्वेश्चन 31 है, क्वेश्चन नंबर 31 है, उन्हें बिल्कुल भी नहीं सोचा, ही डिड नॉट थिंक ही डिड एनीथिंग रॉन्ग, उन्हें बिल्कुल भी सोचा कि वो कुछ गलत कर रहा है, सिंस नो वन नोटिस हिम स्टीलिंग, ठीक है, कि कोई देख रहा है कि नहीं देख रहा। मार्क इज प्रॉबरली इन विच ऑफ कॉर्बल स्टेज ऑफ मॉरल डेवलपमेंट, देखो क्वेश्चन कित्थों उन्होंने सिचुएशन चेक की, किवें तुहानू ऐड करती, तो हुण की है, उन्हें जो सही लग्या उन्हें कर लिया। सैल्फ इंटरस्ट किहदे जांदा है, सैल्फ इंटरस्ट बच्चे किहदे विच आ रहा है, प्री कन्वेंशनल दे विच आ रहा है, ठीक है ना, तो इसका आंसर क्या आ जाएगा जी, ए आंसर। उन्होंने कोई मतलब नहीं सही किया गलत किया, कोई देख रहा नहीं देख रहा, स्टेज जे पुछदे, जो बच्चे इनू स्टेज पुछदे तो स्टेज कितनी आती, स्टेज 2 आती। नेक्स्ट, अ चाइल्ड हु रिस्पॉन्ड टू अ मॉरल डिलेमा की है, कंफ्यूजन, कॉन्फ्लिक्ट, दो सिचुएशन विद यू विल गेट इन ट्रबल, वो की कह रहा है कि तुसी ट्रबल च आ जाओगे, डोंट डू इट, इस तरह ना करो, तुहानू तुसी ट्रबल च आ जाओगे। इट इज मोस्टली लाइकली ऑपरेटेड एट विच स्टेज, देखो वो ये नहीं कह रहा कि तुसी गलत कर रहे हो कि तुसी सही कर रहे हो, तुहानू करना चाहिए कि तुहानू नहीं करना चाहिए, उन्हें सिर्फ की कहा कि आए ना करो, तुहानू ट्रबल च आ जाओगे, मतलब वो कित्थों आ गया, किहड़ी स्टेज है, पनिशमेंट एंड ऑबिडेंस स्टेज। पनिशमेंट और ऑबिडेंस स्टेज का संबंध किहदे नाल है, ए नाल। देखो हुण अनकन्वेंशनल तो है ही नहीं, ठीक है, तो हुण इहदे विच तुहानू गल नूं देखो, तुसीं कहोगे सर सानू मॉरल डेवलपमेंट कराती, साडा क्वेश्चन गलत हो गया, हुणे तुहाडी तुहाडे जिहड़े हैगा उस समय तुसीं किस तरह दा माइंड यूज करदे हो, तुहाडा प्रेजेंस ऑफ माइंड किवें क्वेश्चन समझदा है, वो ते डिपेंड करता है, ठीक है। तो इहदा आंसर बच्चे, इहदा भी आंसर की आ जाएगा अपना आंसर ए इज अ राइट ऑप्शन। नेक्स्ट आप क्वेश्चन नंबर कितने मेरे आगे, क्वेश्चन नंबर जरूर लिखिए चलो, क्वेश्चन नंबर 33, हाउ डिड कोहलबर्ग यूज द हिंज पर्सन नाम है, हिंज डिलेमा मतलब हिंज कंफ्यूज है, स्टोरी है ना दी कि चोरी करा कि अपनी वाइफ की लाइफ बचावा कि चोरी करा, ठीक है, तो वो चीज है चोरी करा या मैं अपनी वाइफ को मरदे छोड़दा, तो उस डिलेमा दे इन हिज स्टडी ऑन मॉरल डेवलपमेंट, तो हुणे तो देखो टू टेस्ट द मॉरल डेवलपमेंट स्टेज ऑफ पीपल्स इन डिफरेंट एज ग्रुप्स, हो सकता है कि इन अलग अलग ग्रुप्स की गल करते हैं कि अलग अलग एज ग्रुप के पर्सन किस तरह मॉरलिटी शो करेंगे। टू टेस्ट पीपल इमोशनल रिस्पेक्ट स्टोरी, नहीं जी इमोशनल रिस्पेक्ट स्टोरी नहीं हैगी, टू सी हाउ मेनी पीपल वुड चूज द राइट थिंग टू डू विच इज टू डिफाइन कन्वेंशनल विजडम इन फेवर ऑफ यूनिवर्सल एथिकल प्रिंसिपल, नहीं ਆਪਾਂ ਇਹਦੇ ਵਿੱਚ ਇਹ ਵੀ ਨਹੀਂ ਹੈਗਾ ਡੈਲੀਮਾ ਦੇ ਵਿੱਚ ਕਿ ਕਿਹੜੇ ਲੋਕ ਕਿੰਨੇ ਲੋਕ ਸਹੀ ਚੁਣਦੇ ਕਿੰਨਾ ਗਲਤ। ਡੈਲੀਮਾ ਦਾ मतलब चुनना रीजनिंग हो गया, चुनना की हो गया मॉरल रीजनिंग, ठीक है। उन्होंने डैलीमा मतलब सिचुएशन की गल है, टेस्ट करांगे टू सी पीपल्स मिरर, ठीक है, वेयर एक्टिव इन लिसनिंग द स्टोरी, नहीं जी ये भी कोई कंसेप्ट नहीं, तो ਇਹਦਾ बेटर ऑप्शन ਕੀ आ जाएगा बच्चे, टू टेस्ट। ਆਪਾਂ ਇਹਦੇ ਵਿੱਚ ਹੈ ਹਿੰਦ डैलीमा टेस्ट ही है ना कि टेस्ट कर रहे हैं की करा की ना करा, ठीक है, अलग अलग, तो आंसर ए आ जाएगा। क्वेश्चन 34 व्हेन डिड पियाजे बिलीव अ पर्सन मॉरल रियलिज्म स्टेज, ठीक है, पियाजे ने जिहड़ा हैगा रियलिज्म स्टेज, जिन्हों आपां जिहड़ा हैगा रियलिज्म स्टेज की बोलिया 10 तक अराउंड एज ऑफ 10 जिहड़ा हेटेरोनोमी आप जिन्हों बोलते पे हैं जो तक खत्म हो रही है, ठीक है ना, क्योंकि 10 तक उन्होंने की लगता, देखो ये बारे लिखा हुआ है, इनकी एक्सपेरिमेंट देख लो कि पियाजे आर्गूज दैट चिल्ड्रन द एज ऑफ 10 व्यू द वर्ल्ड इन मॉरल रियलिज्म, क्यों, क्योंकि उन्होंने 10 तक की लगता है कि जी ਜਿਹੜੀਆਂ रूल्स ਜਿਹੜੇ रेगुलेशन मेरे पेरेंट्स वालों बना दिते गए है, ਜਿਹੜੇ रूल्स ये चेंजेबल नहीं है, मनने पैणगे डर करके कर रहा है,
ठीक है, ये फिक्स है, यूनिवर्सल रूल्स है, ठीक है, इनू इस तरह ही होंगे। आफ्टर 10 ही क्लेम्ड, 10 तो बाद जो ऑटोनोमस आ जाता है, 10 तो बाद उन्हें पता लगता है कि नहीं नहीं ये तो चेंजेबल है, ये सम ग्रुप ऑफ पीपल्स ने मिलकर बनाया है, इनू चेंज कर सकते हैं। तो इस करके आंसर क्या आ गया बच्चे का, आंसर डी आ जाएगा। नेक्स्ट नेक्स्ट आप क्वेश्चन की गल कर रहे हैं, एक सेकंड बच्चे प्रॉब्लम आ रही है कोई, हाँ जी, क्वेश्चन नंबर 35, व्हाट डज प्री कन्वेंशनल मोरालिटी रेफर्स टू अकॉर्डिंग टू कोहलबर्ग स्टेज ऑफ मोरालिटी। ठीक है, कि प्री कन्वेंशनल मोरालिटी है वो की रेफर कर दिया इटली का चो, द लेटर स्टेज वर देयर इज मोर ऑफ एन इंट्यूशन सेंसेस राइट और रॉन्ग। लेटर स्टेज नहीं नहीं जी, सोशल कंट्रोल ये कोई गल नहीं की। द लेटर स्टेज व्हेन मोरालिटी इज बेस्ड ऑन रैशनलिज्म, रैशनलिज्म तो प्याजे नाल संबंधित है गल। द अर्ली स्टेज वे मोरालिटी इज बेस्ड ऑन अवॉइडिंग पनिश, बिल्कुल ठीक है जी। प्री कन्वेंशन देखो, लेटर स्टेज आ गई, ये पहला कितना संबंधित है, ये तक कन्वेंशनल आ गई। ठीक है, चलो इनू भी जोड़ता तो ये भी कितना आ गई, कन्वेंशनल आ गई। अर्ली दे विच की है पनिशमेंट एंड रिवॉर्ड की गल करता है, चलो एक अगला पढ़ लीए। सोशल कंट्रैक्ट ये आ गई, केड़ी आ गई, लास्ट पोस्ट आ गई। उन्होंने प्री पूछा है तो आंसर मेरा क्या आ जाएगा बच्चे, आंसर सी इज द राइट ऑप्शन। नेक्स्ट क्वेश्चन नंबर कितना आ गया, क्वेश्चन नंबर 36। ठीक है, जो लॉरेंस कॉलबर्ग है इज नोन फॉर द लेवल्स ऑफ मॉरल थिंकिंग हाइपोथेसिस, सिर्फ कंफ्यूज करने लिखा है। ठीक है, मेन क्वेश्चन मेरा इत्थों शुरू होता है, विच ऑफ द फॉलोइंग लेवल फोकस ऑन सेल्फ इंटरेस्ट। तुहानू पहले ही क्या सीगा, सेल्फ इंटरेस्ट किहदे विच आंदा है, ये स्टेज है, एक ही है स्टेज, कितनी स्टेज है, दूसरी। तो दूसरी स्टेज किहदे अंदर आंदी है मेरी, प्री। हुण गलती ना देखो, प्री कन्वेंशनल ते प्री ऑपरेशनल दो पाए, कदे काली दे विच प्री ऑपरेशनल ना लिख दियो। प्री ऑपरेशनल की दी स्टेज है, प्री ऑपरेशनल दी गल प्याजे ने की है कोग्निटिव डेवलपमेंट, तो आंसर की आएगा प्री कन्वेंशनल। हुण कई और बच्चे नूं आंदा सारा हुंदा है पर काली दे विच गलत कर दिंदा है। क्वेश्चन नंबर 37 की गल कर रहे हैं, कोहलबर्ग इज नोन फॉर द लेवल ऑफ मॉरल थिंकिंग हाइपोथेसिस सेम। ठीक है, हुण इन्हां का क्वेश्चन सेम है, अगो देखो उन्होंने बदलता, विच ऑफ द फॉलोइंग लेवल फोकस ऑन सेल्फ डिफाइनिंग एथिकल प्रिंसिपल्स। सेल्फ डिफाइनिंग की गल कर रहे हैं, जो मैनूं सही लगेगा, तो जो मैनूं लगेगा वो किहदे विच है बच्चे मेरे, पोस्ट कन्वेंशनल, जिहदे विच दो स्टेजेस की आपां गल करदे हां। एक आपां गल करदे हां सोशल कॉन्ट्रैक्ट की गल करदे हां, एक आपां गल करदे हां यूनीवर्सल प्रिंसिपल्स की गल करदे हां। थ्योरी जिन्होंने नहीं की प्लीज वो कर लियो, असीं भी एक दो दिनों दे विच जिहड़ा हैगा काफी होर टॉपिक्स सानूं जिहड़े हैगे लैक्चर्स मिल जाणगे। एमसीक्यूज असीं कोशिश कर रहे हां कि लगातार तुहानूं एमसीक्यूज दे सकी। क्वेश्चन नंबर 38 आज दा लास्ट क्वेश्चन आपां गल कर रहे हां, जिहड़ा कन्वेंशनल मोरालिटी इज ड्राइव्ड फ्रॉम विच ऑफ द फॉलोइंग्स। जिहड़ी कन्वेंशनल है, कन्वेंशनल मतलब लेवल 2, तो मैं हर तरह के क्वेश्चन पूछ लिया, कोहलबर्ग दे विचों ही घट्टो घट अपने जिहड़े क्वेश्चन है 15 तो 20 क्वेश्चन होणगे, ज्यादा ही पवा होण, तो इस तो हट के मैनूं नहीं लगदा कोई क्वेश्चन बनेगा, तो आपां चंगे तो चंगे लेवल दे कर ले। ठीक है, तो कन्वेंशनल जिहड़ी मोरालिटी है वो किंदे ते बेस्ड है, सोशल नॉर्म्स के ऊपर बेस्ड है। सोशल कॉन्ट्रैक्ट के ऊपर केड़ी है, तुहानूं हुणी दस के टाइम है, पोस्ट कन्वेंशनल है। अवॉइडिंग पनिशमेंट के बेस पे केड़ा है, प्री कन्वेंशनल है। सेल्फ इंटरेस्ट की है, प्री कन्वेंशनल है। ठीक है, तो एक ही है सोशल नॉर्म्स के बेस पे हैगी है, एक्सपेक्टेशंस के बेस पे हैगी है, तो आंसर क्या आ जाएगा, बी ऑप्शन। थैंक्स स्टूडेंट्स, इसे तरह साडी देखो वीडियो सुनते रहो, प्लीज शेयर करते रहो। जेकर किसी ने जिहड़ा हैगा हजे तक साडा चैनल यूट्यूब चैनल जिहड़ा हैगा सबसक्राइब नहीं किया तो प्लीज वो सर्च करो, वैसे डिस्क्रिप्शन बॉक्स लिंक भी दिता है, सर्च करो ब्रेन मेकर कोचिंग क्लासेस के नाम से, बैल आइकन सबसक्राइब कर लो, बैल आइकन ऑन कर लो। जिन्होंने हजे तक टैलीग्राम, जेकर तुसीं सारियां पीडीएफ जिहड़ी चाहते हो
ਤਾਂ ਸਾਡਾ ਜਿਹੜਾ ਇੱਕ ਗਰੁੱਪ ਹੈਗਾ ਟੈਲੀਗ੍ਰਾਮ ਦੇ ਉੱਪਰ ਬ੍ਰੇਨ ਮੇਕਰ ਕੋਚਿੰਗ ਕਲਾਸਿਸ ਦੇ ਨਾਮ ਤੇ, ਇਸ ਪੀਪੀਟੀ ਦੇ ਇਸ ਲੈਕਚਰ ਦੇ ਵਿੱਚ ਜਿਹੜਾ ਹੈਗਾ ਉਹਦਾ ਡਿਸਕ੍ਰਿਪਸ਼ਨ ਵੀ ਅਸੀਂ ਦਿੱਤੀ ਹੋਈ ਹੈ, ਉਹਨੂੰ ਜੁਆਇਨ ਕਰ ਲਓ ਤਾਂ ਕਿ ਤੁਹਾਨੂੰ ਸਾਰੇ ਨੋਟਸ ਜਿਹੜੇ ਹੈਗੇ ਆ ਉਹ ਟਾਈਮ ਟੂ ਟਾਈਮ ਮਿਲ ਸਕਣ ਤੇ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰ ਸਕੋ। ਥੈਂਕ ਯੂ ਸਟੂਡੈਂਟ, ਥੈਂਕ ਯੂ।